परमात्मा ने जिन्होंने औलाद की दात नहीं बख्शी तो तुहाडे वास्ते जिहड़ा उस कुदरत ने उस परमात्मा ने प्लान भी तैयार किया होगा। अपने घरों के विच किलकारियां जेकर असीं सुनना चाहते हैं तो किस तरीके नाल असीं सुन सकते, उहदा एक प्रॉपर प्रोसैस हैगा। उस बाबत असीं एकम होरां नाल गलबात करांगे, समझण की कोशिश करांगे, वो तुहानूं लाइव दिखाउणगे कि किवें जिहड़े बच्चे ने वो असीं अपने घरां दे विच लिया सकते हैं। पिछली बार एक वैबसाइट की गल हुई सी जिस दे थ्रू ये प्रोसैस सारा शुरू हुंदा है। A to Z सारा प्रोसैस तुसीं दस रहे सी कि ऑनलाइन ही सब कुछ हो जाता है। घरां दे विच बैठे बिठाए जिहड़े मापे बन सकते हैं, वो लोग जोड़े मापे या माया प्यो बन सकते हैं। की प्रोसैस हैगा सानूं दसोगे किस तरीके नाल वो करना पैंदा और तुहाडे कोल क्वेरीज ने जिहड़ियां स्टार्टिंग दे विच किवें आउंदियां? ਉਹਦਾ ਪ੍ਰੋਸੈਸ ਨਹੀਂ ਹੁੰਦਾ। ਇਹਦੇ 'ਤੇ ਨਾ ਇੱਕ ਡਾਕੂਮੈਂਟਸ ਅਪਲੋਡ ਕਰਨੇ ਨੇ। ਤੁਸੀਂ ਇੱਥੇ ਦੇਖੋਗੇ ਕਲਿੱਕ ਹੇਅਰ ਫॉर ਲੌਗਇਨ, ਤੁਹਾਨੂੰ ਇੱਕ ਪਾਸਵਰਡ ਤੁਹਾਡੇ ਫੋਨ ਨੰਬਰ 'ਤੇ ਆਏਗਾ ਔਰ ਜਦੋਂ ਤੁਸੀਂ ਕਲਿੱਕ ਹੇਅਰ ਲੌਗਇਨ ਕਰੋਗੇ ਤਾਂ ਇਹ ਪੇਰੈਂਟਸ ਲੌਗਇਨ ਕਾਰਡ ਹੈਗਾ ਵਾ। ਇੱਥੇ ਪੇਰੈਂਟਸ ਲੌਗਇਨ ਹੁੰਦੀ ਹੈ। ਇੱਥੇ ਤੁਸੀਂ ਆਪਣਾ ਯੂਜ਼ਰ ਆਈਡੀ ਔਰ ਇੱਥੇ ਤੁਸੀਂ ਆਪਣਾ ਪਾਸਵਰਡ ਫਿਲ ਕਰਕੇ ਜਦੋਂ ਲੌਗਇਨ ਕਰੋਗੇ ਤਾਂ ਤੁਹਾਡੀ ਪ੍ਰੋਫਾਈਲ ਓਪਨ ਹੋ ਜਾਂਦੀ ਹੈ। ਇੱਥੇ ਆਪਾਂ ਗੂਗਲ 'ਤੇ ਜਾ ਕੇ, ਔਰ ਇਹ ਵੈਬਸਾਈਟ ਹੈ ਜਿਹੜੀ ਇਹ ਪੀਸੀ ਜਾਂ ਲੈਪਟਾਪ 'ਤੇ ਖੋਲ੍ਹਣੀ ਚਾਹੀਦੀ ਹੈ। ਫੋਨ 'ਤੇ ਇਹ ਵੈਬਸਾਈਟ ਓਪਨ ਨਹੀਂ ਹੁੰਦੀ ਹੈਗੀ। ਕਪਲਸ ਹੋਣਾ ਇਹ ਕੰਡੀਸ਼ਨ ਹੈਗੀ ਹੈ, ਕੋਈ ਵੀ ਅਡਾਪਟ ਕਰ ਸਕਦਾ? ਨਹੀਂ, ਇਹ ਲਾਜ਼ਮੀ ਨਹੀਂ ਹੈਗਾ ਜੀ। ਜਿਵੇਂ ਡ੍ਰੌਪ ਡਾਊਨ ਬਾਕਸ ਤੁਸੀਂ ਦੇਖ ਸਕਦੇ ਹੋ, ਸਿੰਗਲ ਅਗਰ ਤੁਸੀਂ ਕਲਿੱਕ ਕਰੋਗੇ ਤਾਂ ਇੱਥੇ ਕਪਲ ਦਾ ਆਪਸ਼ਨ ਨਹੀਂ ਆਏਗਾ, ਫਿਰ ਮੇਲ ਫੀਮੇਲ ਆਏਗਾ। ਅਗਰ ਤੁਸੀਂ ਇੱਥੇ ਵਿਡੋ ਹੋ ਤਾਂ ਵੀ ਕਪਲ ਦਾ ਆਪਸ਼ਨ ਨਹੀਂ ਆਏਗਾ। ਤਾਂ ਫਸਟ ਸਿਲੈਕਸ਼ਨ ਇਹ ਆ ਕਿ ਤੁਸੀਂ ਕਿਸ ਕੈਟੇਗਰੀ ਦੇ ਪਰਸਨ ਹੈਗੇ ਹੋ। ਜਿਨ੍ਹਾਂ ਦੀ ਚਾਹਤ ਹੁੰਦੀ ਹੈ, ਇੱਛਾ ਹੁੰਦੀ ਹੈ ਕਿ ਅਸੀਂ ਬੱਚਾ ਲਈਏ, ਇਸ ਤਰੀਕੇ ਨਾਲ ਅਨਾਥ ਆਸ਼ਰਮ ਦੇ ਵਿੱਚੋਂ, ਬਾਲ ਘਰਾਂ ਦੇ ਵਿੱਚੋਂ, ਸਭ ਤੋਂ ਪਹਿਲਾਂ ਬੇਸਿਕ ਕ੍ਰਾਈਟੇਰੀਆ ਸਾਨੂੰ ਦੱਸੋ ਕਿ ਬੇਸਿਕ ਕੌਣ ਬੰਦਾ ਹੈ ਜਿਹੜਾ ਉਹ ਬੱਚੇ ਨੂੰ ਅਡਾਪਟ ਕਰ ਸਕਦਾ ਹੈ ਕਾਨੂੰਨੀ ਤੌਰ 'ਤੇ? ਜਦੋਂ ਸੋਸ਼ਲ ਵਰਕਰ ਤੁਹਾਡੀ ਹੋਮ ਸਟੱਡੀ ਕਰਦਾ ਹੈ, ਕਿਸੇ ਵੀ ਕਪਲ ਦੀ ਜਾਂ ਸਿੰਗਲ ਪੇਰੈਂਟਸ ਦੀ ਹੋਮ ਸਟੱਡੀ ਕਰਦਾ, ਤਾਂ ਉਹਨੂੰ ਇੱਕ ਇਹ ਮਹਿਸੂਸ ਹੋਵੇ ਵੀ ਇਹਦੇ ਕੋਲ ਇਨਕਮ ਤਾਂ ਹੈਗੀ ਆ ਪਰ ਇਹਨਾਂ ਸੋਰਸ 'ਤੇ ਖਰਚ ਹੋਈ ਹੈ ਇਹਨਾਂ ਦੀ, ਤਾਂ ਕਿ ਉਹ ਆਪਣੇ ਬੱਚੇ ਨੂੰ ਪਾਲ ਸਕੇ। ਮੇਨ ਇਹਦੇ ਲਈ ਜ਼ਰੂਰੀ ਆ ਬੱਚੇ ਨੂੰ ਪਾਲ ਸਕਣਾ, ਤਾਂ ਕਿ ਅਨਾਥ ਬੱਚਾ ਅਨਾਥ ਹੱਥਾਂ ਵਿੱਚ ਨਾ ਚਲੇ। ਲੱਗਦਾ ਕਿ ਜਦੋਂ ਤੁਸੀਂ ਦੱਸ ਰਹੇ ਸੀ ਕਿਵੇਂ ਜਦੋਂ ਬੱਚਾ ਆਉਂਦਾ ਹੈ, ਮਾਂ-ਬਾਪ ਆਉਂਦੇ ਨੇ ਤੇ ਮਾਂ ਦੀ ਚੁੰਨੀ ਨੂੰ ਫੜਦਾ ਹੈ, ਪਿਓ ਦੀਆਂ ਐਨਕਾਂ ਨੂੰ ਪੈਂਦਾ, ਉਹਦੀ ਟਾਈ ਨੂੰ ਫੜਦਾ, ਜਿਹੜੀ ਮੂਮੈਂਟ ਮੈਨੂੰ ਲੱਗਦਾ ਕਿ 20-20 25-25 ਸਾਲਾਂ ਤੋਂ ਉਡੀਕਦੇ ਨੇ, ਜਦੋਂ ਇਸ ਦਫ਼ਤਰ ਦੇ ਵਿੱਚ ਉਹ ਮਾਹੌਲ ਬਣਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਵਾਕਈ ਇੱਥੇ ਫਿਰ ਪਰਮਾਤਮਾ ਦੀ ਕਿਰਪਾ ਵਰਸਦੀ ਹੋਣੀ। ਜਦੋਂ ਇੱਦਾਂ ਦੀਆਂ ਮੂਮੈਂਟਸ ਹੁੰਦੀਆਂ ਨੇ, ਤੁਹਾਡੇ ਕੋਲ ਇੱਥੇ ਲੋਕ ਆਉਂਦੇ ਨੇ, ਮੈਂ ਵੀ ਥੋੜ੍ਹਾ ਭਾਵੁਕ ਹੋਣਾ ਮਾਫੀ ਚਾਹੁੰਦਾ ਮੈਂ, ਕਿਉਂਕਿ ਮੈਂ ਪੱਤਰਕਾਰ ਦੇ ਨਾਲ ਨਾਲ ਇਨਸਾਨ ਵੀ ਪਹਿਲਾਂ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਇਹ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ, ਇਹ ਨੰਨੇ ਮੁੰਨੇ ਬੱਚੇ ਦੀਆਂ ਫੋਟੋਆਂ ਨੇ ਜਿਹੜੀਆਂ, ਉਹ ਤੁਸੀਂ ਵੀ ਇਹਨਾਂ ਨੰਨੇ ਮੁੰਨੇ ਬੱਚਿਆਂ ਨਾਲ ਫੋਟੋਆਂ ਖਿਚਵਾਉਣ ਜੋਗੇ ਹੋ ਸਕਦੇ ਹੋ। ਇਹ ਸਾਰੇ ਨੰਨੇ ਮੁੰਨੇ ਬੱਚੇ ਇੱਦਾਂ ਦੇ ਤੁਹਾਡੇ ਵੀ ਹੋ ਸਕਦੇ ਨੇ, ਪਰ ਉਹ ਲੋਕ ਨਿਰਾਸ਼ ਬਿਲਕੁਲ ਨਾ ਹੋਣ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੈ। परमात्मा ने जिन्होंने औलाद की दात नहीं बख्शी तो तुहाडे वास्ते जिहड़ा उस कुदरत ने उस परमात्मा ने प्लान भी तैयार किया होया। की प्लान हैगा, किस तरीके नाल असीं जेकर साडे घर दे विच बच्चे नहीं हो रहे या किसी कारण करके, बीमारी करके, या फिर तुहानूं लगदा है कि तुसीं पूरी दुनिया ਦੇ ਵਿੱਚ ਇਕੱਲੇ ਹੋ, ਤਾਂ ਆਪਣਾ ਇਕੱਲਾਪਨ ਵੀ ਤੁਸੀਂ ਇਹਨਾਂ ਬੱਚਿਆਂ ਦੇ ਨਾਲ ਕਿਵੇਂ ਦੂਰ ਕਰ ਸਕਦੇ ਹੋ? ਅੱਜ ਇਹਨਾਂ ਸਾਰਿਆਂ ਦੇ ਸਵਾਲਾਂ ਦੇ ਜਵਾਬ ਅਸੀਂ ਦੇਵਾਂਗੇ, ਕਿਉਂਕਿ ਪਿਛਲੀ ਵਾਰ ਜਿਹੜੀ ਅਸੀਂ ਤਲਵੰਡੀ ਖੁਰਦ ਦੀ ਜਿਹੜੀ ਵੀਡੀਓ ਤੁਹਾਨੂੰ ਦਿਖਾਈ ਸੀ, ਬਾਲ ਘਰ ਦੀ ਛੋਟੇ ਛੋਟੇ ਬੱਚਿਆਂ ਦੀ ਜਿਹੜੀ ਦਿਖਾਈ ਸੀ, ਉਸ ਤੋਂ ਬਾਅਦ ਬਹੁਤ ਸਾਰੇ ਸਵਾਲ, ਬਹੁਤ ਸਾਰੀ ਕੁਆਰੀਜ਼ ਸਾਡੇ ਕੋਲ ਆਈਆਂ ਤੇ ਅਸੀਂ ਕੋਸ਼ਿਸ਼ ਕਰਾਂਗੇ, ਅਸੀਂ ਇੱਕ ਵਾਰ ਫੇਰ ਜਿਹੜਾ ਤਲਵੰਡੀ ਖੁਰਦ ਪਹੁੰਚੇ ਹਾਂ ਉੱਥੇ ਗੱਲਬਾਤ ਕਰਾਂਗੇ। ਏਕਮ ਹੋਰਾਂ ਨਾਲ ਹੀ ਉਹਨਾਂ ਕੋਲੋਂ ਸਮਾਂ ਅਸੀਂ ਲਿਆ ਕਿ ਕਿਸ ਤਰੀਕੇ ਨਾਲ ਅਸੀਂ ਜਿਹੜਾ ਅਡੋਪਸ਼ਨ ਦਾ ਪ੍ਰੋਸੈਸ ਹੈਗਾ, ਬੱਚੇ ਲੈਣ ਦਾ ਜਿਹੜਾ ਪ੍ਰੋਸੈਸ ਹੈਗਾ, ਆਪਣੇ ਘਰਾਂ ਦੇ ਵਿੱਚ ਕਿਲਕਾਰੀਆਂ ਜੇਕਰ ਅਸੀਂ ਸੁਣਨਾ ਚਾਹੁੰਦੇ ਹਾਂ ਤਾਂ ਕਿਸ ਤਰੀਕੇ ਨਾਲ ਅਸੀਂ ਸੁਣ ਸਕਦੇ ਹਾਂ, ਉਹਦਾ ਇੱਕ ਪ੍ਰੋਪਰ ਪ੍ਰੋਸੈਸ ਹੈਗਾ। ਉਸ ਬਾਬਤ ਅਸੀਂ ਏਕਮ ਹੋਰਾਂ ਨਾਲ ਗੱਲਬਾਤ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ, ਉਹ ਤੁਹਾਨੂੰ ਲਾਈਵ ਦਿਖਾਉਣਗੇ ਕਿ ਕਿਵੇਂ ਜਿਹੜੇ ਬੱਚੇ ਨੇ ਉਹ ਅਸੀਂ ਆਪਣੇ ਘਰਾਂ ਦੇ ਵਿੱਚ ਲਿਆ ਸਕਦੇ ਹਾਂ। ਏਕਮ ਜੀ, ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ। ਥੈਂਕ ਯੂ। ਤੇ ਏਕਮ ਜੀ, ਪਹਿਲਾਂ ਤਾਂ ਤੁਹਾਨੂੰ ਬਹੁਤ ਅਸੀਂ ਸ਼ੁਕਰੀਆ ਤੁਹਾਡਾ ਅਦਾ ਕਰਦੇ ਹਾਂ ਕਿ ਤੁਸੀਂ ਆਪਣੇ ਬੜੇ ਬਿਜ਼ੀ ਸ਼ੈਡਿਊਲ ਦੇ ਵਿੱਚ ਇਹ ਸਮਾਂ ਕੱਢਿਆ। ਪਿਛਲੀ ਵਾਰ ਇੱਕ ਵੈਬਸਾਈਟ ਦੀ ਗੱਲ ਹੋਈ ਸੀ ਜਿਸ ਦੇ ਥਰੂ ਇਹ ਪ੍ਰੋਸੈਸ ਸਾਰਾ ਸ਼ੁਰੂ ਹੁੰਦਾ ਹੈ। A to Z ਸਾਰਾ ਪ੍ਰੋਸੈਸ ਤੁਸੀਂ ਦੱਸ ਰਹੇ ਸੀ ਕਿ ਔਨਲਾਈਨ ਹੀ ਸਭ ਕੁਝ ਹੋ ਜਾਂਦਾ ਹੈ। ਘਰਾਂ ਦੇ ਵਿੱਚ ਬੈਠੇ ਬਿਠਾਏ ਜਿਹੜੇ ਮਾਪੇ ਬਣ ਸਕਦੇ ਆ, ਉਹ ਲੋਕ ਜੋੜੇ ਮਾਪੇ ਜਾਂ ਮਾਇਆ ਪਿਓ ਬਣ ਸਕਦੇ ਨੇ। ਕੀ ਪ੍ਰੋਸੈਸ ਹੈਗਾ, ਸਾਨੂੰ ਦੱਸੋਗੇ ਕਿਸ ਤਰੀਕੇ ਨਾਲ ਉਹ ਕਰਨਾ ਪੈਂਦਾ ਔਰ ਤੁਹਾਡੇ ਕੋਲ ਕੁਐਰੀਜ਼ ਨੇ ਜਿਹੜੀਆਂ ਸਟਾਰਟਿੰਗ ਦੇ ਵਿੱਚ ਕਿਵੇਂ ਆਉਂਦੀਆਂ?
ਇਹ ਇੱਕ ਲੀਗਲ ਅਡੋਪਸ਼ਨ ਹੈ ਫਰੋਮ ਸੈਂਟਰਲ ਗਵਰਨਮੈਂਟ। ਉਹਦੀ ਵੈਬਸਾਈਟ ਹੈ cara.nic.in। ਇਹ ਵੈਬਸਾਈਟ ਆਪਾਂ ਗੂਗਲ ਤੇ ਜਾ ਕੇ ਓਪਨ ਕਰਾਂਗੇ। ਆਪਾਂ ਗੂਗਲ ਤੇ ਜਾ ਕੇ, ਔਰ ਇਹ ਵੈਬਸਾਈਟ ਹੈ ਜਿਹੜੀ ਇਹ ਪੀਸੀ ਜਾਂ ਲੈਪਟਾਪ ਤੇ ਖੋਲ੍ਹਣੀ ਚਾਹੀਦੀ ਹੈ। ਫ਼ੋਨ ਤੇ ਇਹ ਵੈਬਸਾਈਟ ਓਪਨ ਨਹੀਂ ਹੁੰਦੀ ਹੈਗੀ। ਆਪਾਂ cara.nic.in ਵੈਬਸਾਈਟ ਹੈ, ਇਹ ਆਪਾਂ ਸਰਚ ਕਰ ਲਾਂਗੇ। ਇਹਨੂੰ ਆਪਾਂ ਓਪਨ ਕਰਾਂਗੇ, ਇੱਦਾਂ ਦੀ ਸਕਰੀਨ ਆ ਜਾਏਗੀ ਆਪਣੇ ਕੋਲ। ਇਹ ਸੈਂਟਰਲ ਅਡੋਪਸ਼ਨ ਰਿਸੋਰਸ ਅਥਾਰਟੀ ਇਹ ਸਕਰੀਨ ਹੈ। ਜਦੋਂ ਆਪਾਂ ਸਕਰੋਲ ਕਰਾਂਗੇ ਤਾਂ ਪੇਰੈਂਟਸ ਇਹ ਵਾਲਾ ਟੈਬ ਆਏਗਾ। ਇਹਦੇ ਤੇ ਜਦੋਂ ਆਪਾਂ ਕਲਿੱਕ ਕਰ ਦੇਣਾ, ਫਿਰ ਫਸਟ ਆਪਸ਼ਨ ਹੈ ਰੈਸੀਡੈਂਟ ਇੰਡੀਅਨ ਪੇਰੈਂਟਸ। ਇਹਦੇ ਤੇ ਰਜਿਸਟ੍ਰੇਸ਼ਨ ਕਰਨ ਲਈ ਇਹਦੇ ਤੇ ਕਲਿੱਕ ਕਰਨਾ ਹੈ, ਔਰ ਉਸ ਤੋਂ ਬਾਅਦ ਬਹੁਤ ਸਾਰੇ ਆਪਸ਼ਨਸ ਨੇ। ਇਹਦੇ 'ਚ ਅਗਰ ਤੁਸੀਂ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਪੜ੍ਹ ਸਕਦੇ ਹੋ। ਰਜਿਸਟ੍ਰੇਸ਼ਨ ਲਈ ਰਜਿਸਟਰ ਆਨਲਾਈਨ ਦਾ ਆਪਸ਼ਨ ਹੈ, ਜੋ ਨੀਚੇ ਤੋਂ ਥਰਡ ਲਾਸਟ ਆਪਸ਼ਨ ਹੈਗਾ। ਜਦੋਂ ਆਪਾਂ ਉਹਨੂੰ ਕਲਿੱਕ ਕਰਦੇ ਹਾਂ ਤਾਂ ਇੱਦਾਂ ਦਾ ਫਾਰਮ ਖੁੱਲ੍ਹ ਜਾਂਦਾ ਹੈ। ਇੰਸਟਰਕਸ਼ਨ ਆਫ ਰਜਿਸਟ੍ਰੇਸ਼ਨ ਦਿੱਤੀਆਂ ਹੋਈਆਂ ਨੇ, ਇਹ ਪੜ੍ਹੀਆਂ ਜਾ ਸਕਦੀਆਂ ਨੇ। ਅਦਰਵਾਈਜ਼ ਇਹ ਬਹੁਤ ਸਿੰਪਲ ਪ੍ਰੋਸੈਸ ਹੈ। ਮੈਰਿਟਲ ਸਟੇਟਸ ਆਪਾਂ ਫਿਲ ਕਰਨਾ ਹੈ, ਡਰੋਪ ਡਾਊਨ ਬਾਕਸ ਬਣਿਆ ਹੋਇਆ ਹੈ। ਮੈਰਿਡ, ਸਿੰਗਲ, ਵਿਡੋ, ਡਿਵੋਰਸੀ, ਜੋ ਵੀ ਕੈਟੇਗਰੀ ਦੇ ਹੋ ਆਪਾਂ ਮੈਰਿਡ ਫਿਲ ਕਰਦੇ ਹਾਂ। ਉਸ ਤੋਂ ਬਾਅਦ ਤੁਸੀਂ ਅਗਰ ਮੈਰਿਡ ਹੋ, ਡੇਟ ਆਫ ਮੈਰਿਜ ਲਿਖ ਦੋਗੇ। ਸਪੋਜ਼ ਆਪਾਂ ਡੇਟ ਆਫ ਮੈਰਿਜ ਇਹ ਲਿਖ ਦਿੱਤੀ ਹੈਗੀ ਹੈ। ਉਸ ਤੋਂ ਬਾਅਦ ਸਟੇਟਸ ਕਪਲ ਆ ਗਿਆ। ਤੁਸੀਂ ਮੇਕ ਸ਼ੋਰ ਕਰਨਾ ਕਿ ਇਹ ਤੁਹਾਡੇ ਸਪੈਲਿੰਗਸ ਠੀਕ ਹੋਣ। ਇੱਥੇ ਤੁਸੀਂ ਕਪਲਸ ਹੋਣਾ ਇਹ ਕੰਡੀਸ਼ਨ ਹੈਗੀ ਹੈ, ਕੋਈ ਵੀ ਅਡਾਪਟ ਕਰ ਸਕਦਾ ਹੈ? ਨਹੀਂ, ਇਹ ਲਾਜ਼ਮੀ ਨਹੀਂ ਹੈਗਾ ਜੀ। ਜਿਵੇਂ ਡਰੋਪ ਡਾਊਨ ਬਾਕਸ ਤੁਸੀਂ ਦੇਖ ਸਕਦੇ ਹੋ, ਸਿੰਗਲ ਅਗਰ ਤੁਸੀਂ ਕਲਿੱਕ ਕਰੋਗੇ ਤਾਂ ਇੱਥੇ ਕਪਲ ਦਾ ਆਪਸ਼ਨ ਨਹੀਂ ਆਏਗਾ, ਫਿਰ ਮੇਲ ਫੀਮੇਲ ਆਏਗਾ। ਅਗਰ ਤੁਸੀਂ ਇੱਥੇ ਵਿਡੋ ਹੋ ਤਾਂ ਵੀ ਕਪਲ ਦਾ ਆਪਸ਼ਨ ਨਹੀਂ ਆਏਗਾ। ਤਾਂ ਫਸਟ ਸਿਲੈਕਸ਼ਨ ਇਹ ਆ ਕਿ ਤੁਸੀਂ ਕਿਸ ਕੈਟੇਗਰੀ ਦੇ ਪਰਸਨ ਹੈਗੇ ਹੋ। ਹਾਂਜੀ, ਅਗਰ ਆਪਾਂ ਇੱਥੇ ਜਿਵੇਂ ਅਗਰ ਆਪਾਂ ਸਿੰਗਲ ਫਿਲ ਕਰ ਦਿੰਦੇ ਹਾਂ ਤਾਂ ਆਪਾਂ ਫੀਮੇਲ ਸਪੋਜ਼ ਫਿਲ ਕਰਤਾ ਤਾਂ ਇੱਥੇ ਮਿਸਟਰ ਚੱਕਿਆ ਜਾਏਗਾ ਆਪਣੇ ਆਪ ਸੌਫਟਵੇਅਰ ਤੋਂ। ਆਪਾਂ ਇੱਥੇ ਕੋਈ ਵੀ ਨਾਮ ਮੈਂ ਆਪਣਾ ਹੀ ਫਿਲ ਕਰ ਦਿੰਦੀ ਹਾਂ। ਉਸ ਤੋਂ ਬਾਅਦ ਡੇਟ ਆਫ ਬਰਥ ਆਪਾਂ ਕੋਈ ਵੀ ਫਿਲ ਕਰ ਸਕਦੇ ਹਾਂ। ਫਿਰ ਤੋਂ ਤੁਸੀਂ ਕੀ ਆਕਿਊਪੇਸ਼ਨ ਤੁਹਾਡਾ ਕੀ ਹੈਗਾ ਉਹ ਤੁਸੀਂ ਫਿਲ ਕਰ ਦੇਣਾ। ਪਬਲਿਕ ਸੈਕਟਰ, ਤੁਸੀਂ ਪਲੇਸ ਆਫ ਵਰਕ ਫਿਲ ਕਰ ਦਿਓ ਕੋਈ ਵੀ। ਫਿਰ ਉਸ ਤੋਂ ਬਾਅਦ ਤੁਹਾਡੀ ਐਨੂਅਲ ਇਨਕਮ ਕਿੰਨੀ ਆ, ਇਹ ITRs ਦੇ ਅਕੋਰਡਿੰਗਲੀ ਇਹ ਮੈਚ ਕਰਨੀ ਚਾਹੀਦੀ ਹੈ। ਇਸ ਕਰਕੇ ਇਨਫੋਰਮੇਸ਼ਨ ਇੱਥੇ ਕੋਈ ਵੀ ਫੇਕ ਨਹੀਂ ਤੁਸੀਂ ਭਰਨੀ ਹੈਗੀ। ਉਸ ਤੋਂ ਬਾਅਦ ਤੁਸੀਂ ਆਪਣਾ ਐਡਰੈਸ ਫਿਲ ਕਰ ਦਿਓ ਕੋਈ ਵੀ, ਜੋ ਵੀ ਤੁਹਾਡਾ ਕਰੈਕਟ ਐਡਰੈਸ ਐਜ਼ ਪਰ ਆਧਾਰ ਕਾਰਡ ਹੈਗਾ ਜੀ, ਉਹ ਤੁਸੀਂ ਇੱਥੇ ਫਿਲ ਕਰਨਾ। ਤੁਹਾਡੀ ਸਿਟੀ ਤੁਸੀਂ ਫਿਲ ਕਰ ਦੋਗੇ। ਸਟੇਟ ਡਰੋਪ ਡਾਊਨ ਬਾਕਸ ਬਣਿਆ ਹੋਇਆ, ਤੁਸੀਂ ਉਹਦੇ 'ਚੋਂ ਹੀ ਸਟੇਟ ਚੂਜ਼ ਕਰ ਲਓਗੇ। ਸਟੇਟ ਚੂਜ਼ ਕੋਈ ਵੀ ਕਰ ਸਕਦਾ ਜੀ? ਹਾਂਜੀ, ਇਹ ਐਡਰੈਸ ਦਾ ਸਟੇਟ ਹੈ, ਐਡਰੈਸ ਹੈ। ਇਹ ਤੁਸੀਂ ਕੰਪਲੀਟ ਆਪਣਾ ਐਡਰੈਸ ਕੰਪਲੀਟ ਕਰ ਦੇਣਾ ਤੁਸੀਂ ਇੱਥੇ। ਫਿਰ ਤੁਸੀਂ ਇੱਥੇ ਪਿਨ ਕੋਡ ਲਿਖ ਦੋਗੇ। ਮੋਬਾਈਲ ਨੰਬਰ ਜਿਹੜਾ ਤੁਸੀਂ ਇੱਥੇ ਫਿਲ ਕਰਨਾ ਹੈਗਾ ਉਹ ਚੇਂਜ ਨਹੀਂ ਕਰਨਾ ਹੈਗਾ ਤੁਸੀਂ, ਉਹ ਤੁਹਾਡੇ ਕੋਲ ਹੋਣਾ ਹੀ ਚਾਹੀਦਾ ਹੈ, ਹੋਣਾ ਚਾਹੀਦਾ ਹੈ। ਹਾਂਜੀ, ਤੁਸੀਂ ਈਮੇਲ ਤੁਹਾਨੂੰ ਚਾਹੀਦੀ ਹੈਗੀ ਆ, ਈਮੇਲ ਤੁਹਾਡੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ। ਤੁਸੀਂ ਈਮੇਲ ਇੱਥੇ ਫਿਲ ਕਰ ਦੋਗੇ। ਉਸ ਤੋਂ ਬਾਅਦ ਜਿਹੜਾ ਇੱਕ ਇਹ ਆਪਸ਼ਨ ਆਉਂਦਾ ਨੰਬਰ ਆਫ ਬਾਇਓਲੋਜੀਕਲ ਚਿਲਡਰਨ, ਇਹ ਤੁਸੀਂ ਪ੍ਰੋਪਰਲੀ ਫਿਲ ਕਰਨਾ ਹੈਗਾ। ਅਗਰ ਤੁਹਾਡੇ ਕੋਲ ਕੋਈ ਬੱਚਾ ਨਹੀਂ ਹੈਗਾ ਤੁਸੀਂ 0 ਫਿਲ ਕਰੋਗੇ। ਅਗਰ ਤੁਹਾਡੇ ਕੋਲ ਇੱਕ ਬੱਚਾ ਹੈ ਤਾਂ 1 ਫਿਲ ਕਰ ਸਕਦੇ ਹੋ। ਇੱਕ ਅਗਰ ਅਡੋਪਟਡ ਹੈ ਤਾਂ ਅਡੋਪਟਡ ਦੇ ਵਿੱਚ 1 ਫਿਲ ਕਰ ਸਕਦੇ ਹੋ। ਟੋਟਲ ਆਪਣੇ ਆਪ ਆ ਜਾਏਗਾ ਜੀ। ਉਸ ਤੋਂ ਬਾਅਦ ਤੁਸੀਂ ਇੱਥੇ ਆਪਣਾ ਰੈਜ਼ੀਡੈਂਸ਼ੀਅਲ ਐਡਰੈਸ ਦੇ ਤਾਂ ਫਿਰ ਆਈਡੈਂਟੀਫਿਕੇਸ਼ਨ ਡਿਟੇਲਸ ਦੇ ਵਿੱਚ ਤੁਹਾਨੂੰ ਸਿਰਫ ਪੈਨ ਕਾਰਡ ਨੰਬਰ ਚਾਹੀਦਾ ਹੈ ਅਪਲਾਈ ਕਰਨ ਵਾਸਤੇ। ਔਰ ਹੁਣ ਨੈਕਸਟ ਜਿਹੜਾ ਪਾਰਟ ਹੈਗਾ ਰਜਿਸਟ੍ਰੇਸ਼ਨ ਦਾ ਉਹ ਹੈ ਹੋਮ ਸਟੱਡੀ ਰਿਪੋਰਟ। ਜਿਹੜੇ ਵੀ ਏਰੀਆ ਨੂੰ ਤੁਸੀਂ ਬਿਲੋਂਗ ਕਰਦੇ ਹੋ, ਕਿਸੇ ਵੀ ਸਟੇਟ ਦੇ ਵਿੱਚੋਂ, ਕਿਸੇ ਵੀ ਡਿਸਟ੍ਰਿਕਟ ਦੇ ਵਿੱਚੋਂ, ਤੁਸੀਂ ਗੂਗਲ ਤੋਂ ਆਪਣੀ ਨੀਅਰੈਸਟ ਏਜੰਸੀ ਚੂਜ਼ ਕਰ ਲੈਣੀ ਹੈ। ਇਹ ਜਦੋਂ ਤੁਸੀਂ ਡਰੋਪ ਡਾਊਨ ਬਾਕਸ ਦੇਖੋਗੇ, ਜਿਵੇਂ ਆਪਾਂ ਪੰਜਾਬ ਦੇ ਵਿੱਚ ਹੈਗੇ ਆ ਤਾਂ ਇੱਥੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਏਜੰਸੀਜ਼ ਨੇ ਡਰੋਪ ਡਾਊਨ ਬਾਕਸ ਦੇ ਵਿੱਚ ਤੁਹਾਨੂੰ ਸ਼ੋ ਹੋਣੀਆਂ ਸ਼ੁਰੂ ਹੋ ਜਾਣਗੀਆਂ। ਅਗਰ ਕਿਸੇ ਹੋਰ ਸਟੇਟ 'ਚੋਂ ਤਾਂ ਉੱਥੋਂ ਦੀਆਂ ਸ਼ੋ ਹੋ ਜਾਣਗੀਆਂ। ਤਾਂ ਤੁਸੀਂ ਆਪਣੀ ਨੀਅਰੈਸਟ ਏਜੰਸੀ ਹੈ ਜਿਹੜੀ ਉਹ ਤੁਸੀਂ ਆਪਣੀ ਹੋਮ ਸਟੱਡੀ ਰਿਪੋਰਟ ਲਈ ਚੂਜ਼ ਕਰ ਲੈਣੀ ਹੈ। ਇਹਦੇ 'ਚ ਨੈਕਸਟ ਜਿਹੜਾ ਆਪਸ਼ਨ ਆਉਂਦਾ ਉਹ ਹੈ ਕਿ ਤੁਸੀਂ ਕਿਹੜਾ ਜੈਂਡਰ ਦਾ ਬੱਚਾ ਚਾਹੁੰਦੇ ਹੋ। ਨੋ ਚੋਇਸ ਮੀਨਸ ਤੁਸੀਂ ਗਰਲ ਬॉय, ਤੁਹਾਨੂੰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੈ, ਬॉय ਲੈਣਾ ਹੈ ਗਰਲ ਲੈਣਾ ਹੈ। ਸਪੋਜ਼ ਆਪਾਂ ਬॉय ਫਿਲ ਕਰਦੇ ਹਾਂ। ਨੈਕਸਟ ਹੈ ਚਾਈਲਡ ਕੈਟੇਗਰੀ, ਤੁਸੀਂ ਬ੍ਰਦਰ ਸਿਸਟਰ ਚਾਹੁੰਦੇ ਹੋ ਜਾਂ ਇੱਕੋ ਹੀ ਬੱਚਾ ਚਾਹੁੰਦੇ ਹੋ, ਉਹ ਵੀ ਡਰੋਪ ਡਾਊਨ ਕਰੋਗੇ ਤੁਹਾਨੂੰ ਆਪਸ਼ਨ ਆ ਜਾਏਗੀ ਸਿੰਗਲ ਆਪਾਂ। ਨੈਕਸਟ ਹੈ ਹੈਲਥ ਸਟੇਟਸ,
ਬਹੁਤ ਸਾਰੇ ਪੇਰੈਂਟਸ ਦੀਆਂ ਕੁਐਰੀਜ਼ ਹੁੰਦੀਆਂ ਨੇ ਕਿ ਸਾਨੂੰ ਤਾਂ ਚੈਲੰਜਡ ਬੱਚਾ ਹੀ ਦਿਖ ਰਿਹਾ, ਤਾਂ ਇੱਥੇ ਸਾਰੇ ਹੀ ਆਪਸ਼ਨ ਨੇ, ਫਿਜ਼ੀਕਲੀ ਚੈਲੰਜਡ, ਮੈਂਟਲੀ ਚੈਲੰਜਡ, ਫਿਜ਼ੀਕਲੀ ਐਂਡ ਮੈਂਟਲੀ ਚੈਲੰਜਡ, ਲਾਸਟ ਆਪਸ਼ਨ ਹੈ ਨਾਰਮਲ। ਤਾਂ ਤੁਸੀਂ ਨਾਰਮਲ ਸਿਲੈਕਟ ਕਰ ਸਕਦੇ ਹੋ। ਏਜ ਗਰੁੱਪ ਹੈ, ਐਜ਼ ਪਰ ਜਿਹੜੀ ਤੁਹਾਡੀ ਏਜ ਵਾਈਜ਼ ਐਲੀਜੀਬਿਲਟੀ ਕ੍ਰਾਈਟੇਰੀਆ, ਤੁਸੀਂ ਏਜ ਚੂਜ਼ ਕਰ ਸਕਦੇ ਹੋ। ਏਜ ਕਿਸ ਤਰੀਕੇ ਨਾਲ, ਕਿਹੜਾ ਬੰਦਾ ਕਿਸ ਤਰੀਕੇ ਨਾਲ ਏਜ ਹੈ ਜਿਹੜੀ ਉਹ ਬੱਚਿਆਂ ਦੀ ਚੂਜ਼ ਕਰ ਸਕਦਾ? ਜਿਵੇਂ ਮੈਂ ਸਿੰਗਲ ਹੈ, ਸਿੰਗਲ ਲਈ 45 ਇਅਰਸ ਤੱਕ ਤੁਸੀਂ 0 to 2, 2 to 4, ਕਪਲਸ ਲਈ ਉਹ 90 ਇਅਰਸ ਹੋ ਜਾਏਗਾ। ਔਰ ਅਗਰ ਤੁਸੀਂ ਕਪਲ ਦੀ ਏਜ 90 to 100 ਦੇ ਵਿੱਚ ਆਉਂਦੀ ਹੈ ਤਾਂ 4 to 6, 6 to 8। ਅਗਰ 100 to 110 ਆਉਂਦੀ ਹੈ ਤਾਂ 8+ ਕੋਈ ਵੀ ਤੁਸੀਂ ਚੂਜ਼ ਕਰ ਸਕਦੇ ਹੋ, ਔਰ 110 ਤੋਂ ਬਾਅਦ ਤੁਸੀਂ ਅਡੋਪਸ਼ਨ ਨਹੀਂ ਕਰ ਸਕਦੇ। ਹਾਂਜੀ। ਫਿਰ ਫਸਟ ਸਟੇਟ ਆਫ ਅਡੋਪਸ਼ਨ ਹੈ, ਕਿਸ ਸਟੇਟ ਤੋਂ ਤੁਸੀਂ ਬੱਚਾ ਲੈਣਾ ਚਾਹੁੰਦੇ ਹੋ। ਇਹ ਡ੍ਰੌਪ ਡਾਊਨ ਬਾਕਸ ਹੈ। ਸਪੋਜ਼ ਆਪਾਂ ਹਰਿਆਣਾ ਫਿਲ ਕਰ ਦਿੰਦੇ ਹਾਂ ਫਸਟ ਸਟੇਟ, ਆਪਾਂ ਸੈਕਿੰਡ ਪੰਜਾਬ ਫਿਲ ਕਰ ਦਿੰਦੇ ਹਾਂ, ਥਰਡ ਆਪਾਂ ਸਪੋਜ਼ ਚੰਡੀਗੜ੍ਹ ਫਿਲ ਕਰ ਦਿੰਦੇ ਹਾਂ। ਇਹ ਤਿੰਨੋਂ ਸਟੇਟਸ ਤੁਸੀਂ ਚੂਜ਼ ਕਰਦੀਆਂ। ਨੀਚੇ ਤੁਸੀਂ ਲਿਖ ਦੇਣਾ ਕਿ ਤੁਸੀਂ ਕਿਉਂ ਅਡੋਪਸ਼ਨ ਕਰਨਾ ਚਾਹੁੰਦੇ ਹੋ। ਆਈ ਐਮ ਨਾਟ ਬਲੈਸਡ ਵਿਦ ਅ ਚਾਈਲਡ, ਜੋ ਵੀ ਤੁਹਾਡਾ ਮੋਟੀਵੇਸ਼ਨ ਹੈ ਅਡੋਪਸ਼ਨ ਦਾ। ਆਪਣਾ ਫਾਰਮ ਕੰਪਲੀਟ ਹੋ ਗਿਆ। ਇੱਥੇ ਆਪਾਂ ਇਹ ਇਮੇਜ ਫਿਲ ਕਰਕੇ ਫਿਰ ਨੀਚੇ ਸਬਮਿਟ ਬਟਨ ਆਏਗਾ, ਉਹ ਆਪਾਂ ਕਲਿੱਕ ਕਰ ਦਾਂਗੇ। ਐਂਟਰ ਨੰਬਰ ਆਫ ਅਡੋਪਟਡ ਚਿਲਡਰਨ। ਦੇਖੋ ਹੁਣ ਆਪਣਾ ਇਹ ਫਾਰਮ ਸਬਮਿਟ ਨਹੀਂ ਹੋਇਆ ਕਿਉਂਕਿ ਆਪਾਂ ਇੱਕ ਇਨਫੋਰਮੇਸ਼ਨ ਖਾਲੀ ਛੱਡ ਦਿੱਤੀ ਸੀ। ਹੁਣ ਆਪਾਂ ਦੁਬਾਰਾ ਸਬਮਿਟ ਕਰਾਂਗੇ। ਆਪਣਾ ਇਹ ਫਾਰਮ ਸਬਮਿਟ ਹੋ ਗਿਆ। ਜਦੋਂ ਇਹ ਫਾਰਮ ਸਬਮਿਟ ਹੋ ਜਾਂਦਾ ਹੈ, ਤੁਹਾਨੂੰ ਜਿਹੜਾ ਤੁਸੀਂ ਫ਼ੋਨ ਨੰਬਰ ਦਿੱਤਾ ਹੈਗਾ ਉਸ ਫ਼ੋਨ ਨੰਬਰ 'ਤੇ ਮੈਸੇਜ ਆ ਜਾਏਗਾ, ਯੂ ਹੈਵ ਬੀਨ ਰਜਿਸਟਰਡ ਸਕਸੈਸਫੁਲੀ, ਔਰ ਇਹ ਇਕਨੋਲੇਜਮੈਂਟ ਸਕਰੀਨ ਆਏਗੀ। ਇਸ ਇਕਨੋਲੇਜਮੈਂਟ ਸਕਰੀਨ ਨੂੰ ਤੁਸੀਂ ਪ੍ਰਿੰਟ ਕਰ ਲਓਗੇ। ਇੱਥੇ ਤੁਹਾਡੀ ਹੋਮ ਸਟੱਡੀ ਰਿਪੋਰਟ ਲਈ ਏਜੰਸੀ ਦੀਆਂ ਡੀਟੇਲਸ ਨੇ, ਔਰ ਨੀਚੇ ਅਡੋਪਸ਼ਨ ਦੇ ਪ੍ਰੋਸੈਸ ਦੀਆਂ ਸਾਰੀਆਂ ਹੀ ਇਨਸਟਰਕਸ਼ਨਸ ਪ੍ਰੋਪਰ ਦਿੱਤੀਆਂ ਹੋਈਆਂ ਨੇ। ਜੀ ਆਪਾਂ ਨੂੰ ਲੱਗਦਾ ਹੈ ਕਿ ਆਪਾਂ ਨੇ ਇਸ ਫਾਰਮ ਦੇ ਵਿੱਚ ਕੋਈ ਫੇਰ ਬਦਲ ਕਰਨਾ ਹੈ ਤਾਂ ਉਹਦਾ ਕੋਈ ਆਪਸ਼ਨ ਹੈ? ਤੁਸੀਂ ਦੁਬਾਰਾ ਰੀ ਰਜਿਸਟ੍ਰੇਸ਼ਨ ਕਰ ਸਕਦੇ ਹੋ। ਤੇ ਜਿਹੜੀ ਪਹਿਲਾਂ ਵਾਲੀ ਰਜਿਸਟ੍ਰੇਸ਼ਨ ਹੋਈ ਉਹ ਕੈਂਸਲ ਹੋ ਜਾਂਦੀ ਹੈ। ਉਹ ਕੀ ਪ੍ਰੋਸੈਸ ਹੈ? ਉਹਦਾ ਪ੍ਰੋਸੈਸ ਨਹੀਂ ਹੁੰਦਾ। ਇਹਦੇ 'ਤੇ ਨਾ ਇੱਕ ਡਾਕੂਮੈਂਟਸ ਅਪਲੋਡ ਕਰਨੇ ਨੇ। ਤੁਸੀਂ ਇੱਥੇ ਦੇਖੋਗੇ ਕਲਿੱਕ ਹੇਅਰ ਫॉर ਲੌਗਇਨ। ਤੁਹਾਨੂੰ ਇੱਕ ਪਾਸਵਰਡ ਤੁਹਾਡੇ ਫ਼ੋਨ ਨੰਬਰ 'ਤੇ ਆਏਗਾ, ਔਰ ਜਦੋਂ ਤੁਸੀਂ ਕਲਿੱਕ ਹੇਅਰ ਲੌਗਇਨ ਕਰੋਗੇ ਤਾਂ ਇਹ ਪੇਰੈਂਟਸ ਲੌਗਇਨ ਕਾਰਡ ਹੈਗਾ ਵਾ। ਇੱਥੇ ਪੇਰੈਂਟਸ ਲੌਗਇਨ ਹੁੰਦੀ ਹੈ। ਇੱਥੇ ਤੁਸੀਂ ਆਪਣਾ ਯੂਜ਼ਰ ਆਈਡੀ ਔਰ ਇੱਥੇ ਤੁਸੀਂ ਆਪਣਾ ਪਾਸਵਰਡ ਫਿਲ ਕਰਕੇ ਜਦੋਂ ਲੌਗਇਨ ਕਰੋਗੇ ਤਾਂ ਤੁਹਾਡੀ ਪ੍ਰੋਫਾਈਲ ਓਪਨ ਹੋ ਜਾਂਦੀ ਹੈ। ਇੱਥੇ ਉਸ ਪ੍ਰੋਫਾਈਲ 'ਤੇ ਤੁਸੀਂ ਡਾਕੂਮੈਂਟ ਅਪਲੋਡ ਕਰਨੇ ਨੇ, ਰਾਈਟ। ਜਦੋਂ ਤੁਸੀਂ ਇਹ ਪ੍ਰੋਸੈਸ ਕੰਪਲੀਟ ਨਹੀਂ ਕਰੋਗੇ, ਤੁਸੀਂ ਆਪਣੀ ਰੀ ਰਜਿਸਟ੍ਰੇਸ਼ਨ ਕਰਕੇ ਨਿਊ ਪਾਸਵਰਡ, ਨਿਊ ਯੂਜ਼ਰ ਆਈਡੀ ਤੋਂ ਆਪਣੇ ਡਾਕੂਮੈਂਟਸ ਅਪਲੋਡ ਕਰ ਸਕਦੇ ਹੋ। ਕਿੰਨੇ ਦਿਨ ਹੁੰਦੇ ਨੇ ਜੀ ਡਾਕੂਮੈਂਟ ਅਪਲੋਡ ਕਰਨ ਵਾਸਤੇ? 30 ਡੇਜ਼ ਦਾ ਪੀਰੀਅਡ ਹੁੰਦਾ ਇਹ। ਜੇਕਰ ਅਸੀਂ 30 ਦਿਨਾਂ ਦੇ ਵਿੱਚ ਡਾਕੂਮੈਂਟ ਅਪਲੋਡ ਨਹੀਂ ਕੀਤੇ? ਆਟੋਮੈਟਿਕਲੀ ਜਿਹੜੀ ਏਜੰਸੀ ਹੁੰਦੀ ਹੈ ਹੋਮ ਸਟੱਡੀ ਲਈ, ਉਹਦੇ ਕੋਲ ਵੀ ਤੁਹਾਡੇ ਪੇਪਰ ਚਲੇ ਜਾਂਦੇ ਨੇ। ਅਗਰ ਤੁਸੀਂ ਅਪਲੋਡ ਨਹੀਂ ਕਰਦੇ ਤਾਂ ਫਿਰ ਆਟੋਮੈਟਿਕਲੀ ਤੁਹਾਡੀ ਰਜਿਸਟ੍ਰੇਸ਼ਨ ਕੈਂਸਲ ਹੋ ਜਾਂਦੀ ਹੈ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਏਕਮ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਏਕਮ ਜੋਤ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਟੈਕਨੀਕਲੀ ਆਪਣੇ ਆਪ ਨੂੰ ਮਾਪਿਆਂ ਲਈ ਰਜਿਸਟਰ ਕਰ ਸਕਦੇ ਹਾਂ। ਸਾਡੇ ਨਾਲ ਕੁਲਦੀਪ ਜੀ ਵੀ ਨੇ, ਪਿਛਲੀ ਵਾਰ ਉਹਨਾਂ ਨਾਲ ਵੀ ਗੱਲਬਾਤ ਹੋਈ ਸੀ, ਬੜੀ ਪਸੰਦ ਤੁਸੀਂ ਗੱਲਬਾਤ ਕੀਤੀ ਸੀ ਉਹਨਾਂ ਕੋਲੋਂ। ਹੁਣ ਅਸੀਂ ਟੈਕਨੀਕਲੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਜੇਕਰ ਅਸੀਂ ਅਪਲਾਈ ਕਰਨਾ ਹੈ ਤਾਂ ਅਪਲਾਈ ਲਈ ਵੀ ਕੁਝ ਨਾ ਕੁਝ ਜਿਹੜੀਆਂ ਐਲੀਜੀਬਿਲਟੀ ਹੈਗੀਆਂ ਨੇ, ਕੁਝ ਕ੍ਰਾਈਟੇਰੀਆ ਹੈਗਾ ਜਿਹੜਾ ਸਰਕਾਰ ਵੱਲੋਂ ਜਿਹੜਾ ਦੱਸਿਆ ਜਾ ਰਿਹਾ ਹੈ। ਉਹਨਾਂ ਨਾਲ ਗੱਲਬਾਤ ਕਰਾਂਗੇ। ਕੁਲਦੀਪ ਜੀ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ, ਧੰਨਵਾਦ ਜੀ। ਕੁਲਦੀਪ ਜੀ, ਸਭ ਤੋਂ ਪਹਿਲਾ ਸਵਾਲ ਮੇਰਾ ਤੁਹਾਡੇ ਕੋਲ ਇਹੀ ਹੈ ਕਿ ਜਿਨ੍ਹਾਂ ਦੀ ਚਾਹਤ ਹੁੰਦੀ ਹੈ, ਇੱਛਾ ਹੁੰਦੀ ਹੈ ਕਿ ਅਸੀਂ ਬੱਚਾ ਲਈਏ ਇਸ ਤਰੀਕੇ ਨਾਲ ਅਨਾਥ ਆਸ਼ਰਮ ਦੇ ਵਿੱਚੋਂ, ਬਾਲ ਘਰਾਂ ਦੇ ਵਿੱਚੋਂ, ਸਭ ਤੋਂ ਪਹਿਲਾਂ ਬੇਸਿਕ ਕ੍ਰਾਈਟੇਰੀਆ ਸਾਨੂੰ ਦੱਸੋ ਕਿ ਬੇਸਿਕ ਕੌਣ ਬੰਦਾ ਹੈ ਜਿਹੜਾ ਉਹ ਬੱਚੇ ਨੂੰ ਅਡਾਪਟ ਕਰ ਸਕਦਾ ਹੈ ਕਾਨੂੰਨੀ ਤੌਰ ਤੇ? ਜੀ, ਉਹ ਜੇ ਆਪਾਂ ਇੰਡੀਆ ਦੀ ਗੱਲ ਕਰੀਏ, ਉਹ ਭਾਰਤ ਦਾ ਨਾਗਰਿਕ ਹੋਣਾ ਜ਼ਰੂਰੀ ਹੈ। ਉਹਦੇ ਕੋਲ ਜਿਹੜੇ ਆਈਡੀ ਕਾਰਡ ਨੇ, ਜਿਵੇਂ ਆਧਾਰ ਕਾਰਡ ਹੋਣਾ, ਪੈਨ ਕਾਰਡ ਹੋਣਾ ਬਹੁਤ ਜ਼ਰੂਰੀ ਹੈ। ਪੈਨ ਕਾਰਡ ਦੇ ਨਾਲ ਹੀ ਇਹ ਸਾਈਟ ਹੈ ਜਿਹੜੀ ਸਟਾਰਟ ਹੁੰਦੀ ਹੈ, ਪੈਨ ਨੰਬਰ ਦੇਣਾ ਉਹਦੇ ਵਿੱਚ ਜ਼ਰੂਰੀ ਹੈ। ਅਤੇ ਉਹ ITR ਭਰਦਾ ਹੋਣਾ ਚਾਹੀਦਾ। ਅਤੇ ਉਹਦਾ ਜੇ ਉਹ ਕਪਲ ਹੈ ਤਾਂ ਮੈਰਿਜ ਉਹਦੀ ਰਜਿਸਟਰਡ ਹੋਣੀ ਚਾਹੀਦੀ ਹੈ, ਜਿਹੜੀ ਤਹਿਸੀਲਦਾਰ ਦੇ ਹੁੰਦੀ ਹੈ, ਸਬ ਰਜਿਸਟਰਾਰ ਦੇ ਹੁੰਦੀ ਹੈ। ਆਮ ਜਿਹੜੀ ਆਪਾਂ ਕਰਵਾ ਲੈਂਦੇ ਕਿਸੇ ਰਿਲੀਜੀਅਸ ਜਗ੍ਹਾ 'ਤੇ ਜਾਂ ਹੋਰ, ਉਹ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ। ਅਤੇ ਇਹ ਬੇਸਿਕ ਚੀਜ਼ਾਂ, ਉਹਦੇ ਕੋਲ ਇੱਕ ਇਨਕਮ ਦੇ ਸੋਰਸ ਹੋਣੇ ਚਾਹੀਦੇ ਨੇ, ਘਰ ਚਲਾਉਣ ਦੇ ਉਹਦੇ ਕੋਲ ਜ਼ਰੀਆ ਪੂਰਾ ਹੋਣਾ ਚਾਹੀਦਾ। ਅਤੇ ਫਿਰ ਇੱਥੇ ਤਾਂ ਬਹੁਤ ਸਾਰੇ ਲੋਕ ਇੱਦਾਂ ਦੇ ਨੇ ਜਿਨ੍ਹਾਂ ਦੀ ਇਨਕਮ ਕੋਈ ਬਹੁਤੀ ਜ਼ਿਆਦਾ ਵਧੀਆ ਨਹੀਂ ਹੁੰਦੀ ਅਤੇ ਉਹਨਾਂ ਨੇ ਸਾਰੀ ਜ਼ਿੰਦਗੀ ਹੀ ਔਲਾਦ ਦੀ ਪ੍ਰਾਪਤੀ ਵਾਸਤੇ ਆਪਣੀ ਜਮ੍ਹਾਂ ਪੂੰਜੀ ਉੱਥੇ ਲਗਾ ਦਿੰਦੇ ਨੇ, ਘਰ ਵੇਚ ਦਿੰਦੇ ਨੇ, ਜਾਇਦਾਦਾਂ ਵੇਚ ਦਿੰਦੇ ਨੇ,
ਆਰਥਿਕ ਤੌਰ ਤੋਂ ਹੌਲੇ ਹੋ ਜਾਂਦੇ ਨੇ, ਫਿਰ ਉਹਨਾਂ ਦਾ ਕੀ ਇਲਾਜ ਹੈ? ਅਸਲ 'ਚ ਇਹ ਹੈ, ਗਵਰਨਮੈਂਟ ਇਹ ਦੇਖਦੀ ਹੈ ਵੀ ਅਨਾਥ ਬੱਚਾ ਹੈ ਜਿਹੜਾ, ਇਹ ਬੱਚਾ ਤਾਂ ਇੱਕ ਅਨਾਥ ਹੈ ਨਾ, ਜਦੋਂ ਹੋਮ ਦੇ ਵਿੱਚ ਪਹੁੰਚਿਆ ਤਾਂ ਉਹ ਅਨਾਥ ਹੱਥਾਂ ਦੇ ਵਿੱਚ ਨਾ ਜਾਵੇ। ਇਹਦੇ ਲਈ ਸਾਨੂੰ ਜ਼ਰੂਰੀ ਹੈ, ਜੇ ਅਸੀਂ ਕੋਈ ਆਪਣੇ 'ਤੇ ਵੀ ਖਰਚ ਕਰਦੇ ਹਾਂ ਕਿਸੇ ਕਾਰਨ ਕਰਕੇ, ਜਾਂ ਸਾਡੇ ਔਲਾਦ ਨਹੀਂ ਹੁੰਦੀ, ਅਸੀਂ ਮੈਡੀਕਲ 'ਤੇ ਜਾਂ ਜੋ ਵੀ ਇਸ ਖਰਚੇ 'ਤੇ ਪੈਸਾ ਖਰਚ ਕਰਦੇ ਹਾਂ, ਉਹ ਇੱਕ ਸਿਸਟਮ ਦੇ ਵਿੱਚ ਗਿਆ ਹੋਵੇ। ਜਦੋਂ ਸੋਸ਼ਲ ਵਰਕਰ ਤੁਹਾਡੀ ਹੋਮ ਸਟੱਡੀ ਕਰਦਾ ਹੈ, ਕਿਸੇ ਵੀ ਕਪਲ ਦੀ ਜਾਂ ਸਿੰਗਲ ਪੇਰੈਂਟਸ ਦੀ ਹੋਮ ਸਟੱਡੀ ਕਰਦਾ, ਤਾਂ ਉਹਨੂੰ ਇੱਕ ਇਹ ਮਹਿਸੂਸ ਹੋਵੇ ਵੀ ਇਹਦੇ ਕੋਲ ਇਨਕਮ ਤਾਂ ਹੈਗੀ ਆ, ਪਰ ਇਹਨਾਂ ਸੋਰਸ 'ਤੇ ਖਰਚ ਹੋਈ ਹੈ ਇਹਨਾਂ ਦੀ, ਤਾਂ ਕਿ ਉਹ ਆਪਣੇ ਬੱਚੇ ਨੂੰ ਪਾਲ ਸਕੇ। ਮੇਨ ਇਹਦੇ ਲਈ ਜ਼ਰੂਰੀ ਆ ਬੱਚੇ ਨੂੰ ਪਾਲ ਸਕਣਾ, ਤਾਂ ਕਿ ਅਨਾਥ ਬੱਚਾ ਅਨਾਥ ਹੱਥਾਂ ਵਿੱਚ ਨਾ ਚਲੇ। ਸਿਰਫ ਬੇਸਿਕ ਐਲੀਜੀਬਿਲਟੀ ਆਪਾਂ ਇਹੀ ਕਹੀਏ ਕਿ ਜਿਹੜਾ ਇੰਨੀ ਕੁ ਕੈਪੇਬਿਲਿਟੀ ਹੋਵੇ ਕਿ ਉਹ ਬੱਚੇ ਦੀ ਭਵਿੱਖ ਔਰ ਬੱਚੇ ਦੇ ਪ੍ਰੈਜ਼ੈਂਟ ਨੂੰ ਚੰਗੀ ਤਰ੍ਹਾਂ ਨਾਲ, ਕਿਉਂਕਿ ਉਹ ਇੱਕ ਤਾਂ ਪਹਿਲਾਂ ਹੀ ਜਿਹੜਾ ਅਨਾਥ ਹੈ ਤੇ ਦੂਸਰੀ ਵਾਰ ਉਹਨੂੰ ਅਨਾਥ ਹੋਣ ਤੋਂ ਬਚਾਇਆ ਜਾ ਸਕੇ। ਜੀ, ਗਵਰਨਮੈਂਟ ਇਹ ਸੋਚ ਕੇ ਚੱਲ ਰਹੀ ਹੈ ਵੀ ਜਿਹੜਾ ਬੱਚਾ ਇੱਕ ਵਾਰ ਅਨਾਥ ਹੋ ਗਿਆ ਉਹ ਦੁਬਾਰਾ ਅਨਾਥ ਨਾ ਹੋ ਜਾਵੇ, ਉਹਨੂੰ ਦੁਬਾਰਾ ਟੁੱਟਣ ਦਾ ਮੌਕਾ ਨਾ ਮਿਲ ਜਾਵੇ। ਪਹਿਲਾਂ ਹੀ ਉਹ ਆਪਣੀ ਇੱਕ ਜਿਹੜੀ ਜੜ੍ਹਾਂ ਨਾਲੋਂ ਤਾਂ ਟੁੱਟ ਗਿਆ ਨਾ, ਕਿਸੇ ਸਮੇਂ ਕਿਤੇ ਵੀ ਪਹੁੰਚਿਆ, ਕਿਸੇ ਹੋਮ ਦੇ ਵਿੱਚ ਪਹੁੰਚਿਆ, ਕਿਹਨਾਂ ਹਾਲਾਤਾਂ ਦੇ ਵਿੱਚ ਪਹੁੰਚਿਆ। ਇਹਦੇ ਲਈ ਜ਼ਰੂਰੀ ਆ ਵੀ ਉਹਦੇ ਕੋਲ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਹੈ ਜਾਂ ਖਾਣ ਪੀਣ ਦਾ ਜਾਂ ਉਹਦੀ ਜਿਹੜੀ ਨੀਡਸ ਪੂਰੀਆਂ ਕਰਨ ਦਾ, ਉਹ ਹੋਣਾ ਜ਼ਰੂਰੀ ਹੈ। ਤੇ ਇਹ ਮੇਨ ਜਿਹੜੇ ਫਸਟ ਉੱਤੇ ਜ਼ਰੂਰੀ ਹੈ ਜੀ, ਇਹ ਸਾਰੀਆਂ ਚੀਜ਼ਾਂ। ਸੋ ਤੁਹਾਡੇ ਕੋਲ ਇੱਥੇ ਆਉਂਦੇ ਵੀ ਨੇ, ਤੁਸੀਂ ਬਹੁਤ ਸਾਰੇ ਬੱਚਿਆਂ ਦੀ ਅਡਾਪਸ਼ਨ ਵੀ ਇੱਥੇ ਕਰਵਾਈ ਹੈ, ਤੁਹਾਡਾ ਕੰਮ ਵੀ ਹੈ, ਅਸੀਂ ਕਹਾਂਗੇ ਤੁਹਾਡਾ ਕੰਮ ਵੀ ਹੈ, ਤੁਸੀਂ ਸੇਵਾ ਵੀ ਇੱਥੇ ਕਰਦੇ ਹੋ। ਕਿਹੋ ਜਿਹੇ ਹਾਲਾਤਾਂ ਦੇ ਵਿੱਚ ਆ ਕੇ ਜਿਹੜੇ ਤੁਹਾਨੂੰ ਮਿਲਦੇ ਨੇ ਲੋਕ, ਤੇ ਜਦੋਂ ਇੱਥੋਂ ਜਾਂਦੇ ਨੇ, ਅਸੀਂ ਪਿਛਲੀ ਵਾਰ ਵੀ ਗੱਲ ਕੀਤੀ ਸੀ, ਸਮਾਂ ਘੱਟ ਸੀ, ਸਾਨੂੰ ਉਹ ਜਿਹੜੇ ਮੂਵਮੈਂਟ ਨੇ ਤੁਸੀਂ ਸਾਨੂੰ ਚਿੱਤਰ ਸਕਦੇ ਹੋ ਆਪਣੀ ਗੱਲਬਾਤ ਦੇ ਜ਼ਰੀਏ ਕਿ ਕਿਹੋ ਜਿਹੇ ਸਕੂਨ ਭਰਾ ਉਹ ਦਿਨ ਹੁੰਦਾ ਜਦੋਂ ਇੱਥੇ ਤੁਸੀਂ ਬੱਚੇ ਨੂੰ ਆਪਣੇ ਨੂੰ ਗਲਵੱਕੜੀ ਪਾਉਣੇ ਹੋ ਆ ਕੇ ਇੱਥੇ ਤੁਸੀਂ ਲੱਗਦਾ ਕਿ ਜਦੋਂ ਤੁਸੀਂ ਦੱਸ ਰਹੇ ਸੀ ਕਿਵੇਂ ਜਦੋਂ ਬੱਚਾ ਆਉਂਦਾ ਹੈ, ਮਾਂ-ਬਾਪ ਆਉਂਦੇ ਨੇ ਤੇ ਮਾਂ ਦੀ ਚੁੰਨੀ ਨੂੰ ਫੜਦਾ ਹੈ, ਪਿਓ ਦੀਆਂ ਐਨਕਾਂ ਨੂੰ ਪੈਂਦਾ, ਉਹਦੀ ਟਾਈ ਨੂੰ ਫੜਦਾ, ਜਿਹੜੀ ਮੂਵਮੈਂਟ ਮੈਨੂੰ ਲੱਗਦਾ ਕਿ 20 25 ਸਾਲਾਂ ਤੋਂ ਉਡੀਕਦੇ ਨੇ, ਜਦੋਂ ਇਸ ਦਫ਼ਤਰ ਦੇ ਵਿੱਚ ਉਹ ਮਾਹੌਲ ਬਣਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਵਾਕਈ ਇੱਥੇ ਫਿਰ ਪਰਮਾਤਮਾ ਦੀ ਕਿਰਪਾ ਵਰਸਦੀ ਹੋਣੀ ਹੈ। ਜੀ, ਅਸਲ 'ਚ ਜਿਹੜੀ ਉਹ ਮੂਵਮੈਂਟ ਹੁੰਦੀ ਹੈ ਉਹ ਬਹੁਤ ਵੱਖਰੀ ਹੈ। ਇੱਕ ਉਹਨੂੰ ਮੈਨੂੰ ਇਹ ਵੀ ਲੱਗਦਾ ਕਈ ਜਗ੍ਹਾ 'ਤੇ ਵੀ ਬਿਆਨ ਕਰਨਾ ਸ਼ਾਇਦ ਬੜਾ ਔਖਾ ਹੈ। ਜਦੋਂ ਬੱਚੇ ਪੇਰੈਂਟਸ ਆਉਂਦਾ ਹੈ, ਅਸੀਂ ਉਹਨੂੰ ਅਸਲ 'ਚ ਰਜਿਸਟਰਡ ਤਾਂ ਪਹਿਲਾਂ ਤੋਂ ਹੁੰਦਾ ਸਾਡੇ ਕੋਲ। ਹੁਣ ਆਪਾਂ ਗੱਲ ਕਰਦੇ ਹਾਂ ਬੱਚੇ ਦੀ, ਜਦੋਂ ਆਪਾਂ ਅਡੋਪਸ਼ਨ ਦਿੰਦੇ ਹਾਂ ਉਹਨੂੰ ਫੋਸਟਰ ਟੈਂਪਰੇਰੀ ਫੋਸਟਰ 'ਚ ਦੇਣਾ ਹੁੰਦਾ ਪਹਿਲਾਂ ਆਪਾਂ ਬੱਚਾ, ਜਦੋਂ ਉਹਦੇ ਡਾਕੂਮੈਂਟਸ ਪੂਰੇ ਹੋ ਜਾਂਦੇ ਨੇ। ਉਹ ਸਮਾਂ ਦੇਖਿਆ ਹੀ ਬਣਦਾ ਹੈ। ਅਸੀਂ ਕਈ ਵਾਰ ਤਾਂ ਇੱਦਾਂ ਦੇ ਹਾਲਾਤ ਦੇਖਦੇ ਹਾਂ। ਪਿੱਛੇ ਇੱਕ ਸਾਡੀ ਬੇਟੀ ਅਮਰੀਕਾ ਦੇ ਵਿੱਚ ਗਈ, ਉਹ ਬਲਾਈਂਡ ਵੀ ਸੀ ਤੇ 1-2 ਬਿਮਾਰੀਆਂ ਤੋਂ ਉਹ ਪੀੜਤ ਵੀ ਸੀ। ਅਸਲ 'ਚ ਅਸੀਂ ਇਹ ਦੇਖਿਆ ਵੀ ਉਹ ਅਮਰੀਕਨ ਗੋਰੇ ਸੀ ਤੇ ਉਹਨਾਂ ਨੇ ਜਦੋਂ ਬੱਚੀ ਦੇ ਲਈ ਉਹਨੂੰ ਰਿਜ਼ਰਵ ਕੀਤਾ, ਇੱਕ ਸਮੇਂ 'ਤੇ ਉਹਨਾਂ ਨੂੰ ਛੱਡਣਾ, ਉਹਨਾਂ ਨੇ ਨਾ ਉਹਨੂੰ ਰਿਜੈਕਟ ਕਰ ਦਿੱਤਾ ਵੀ ਸ਼ਾਇਦ ਇਹਨੂੰ ਇੰਨੀਆਂ ਕੰਪਲੀਕੇਸ਼ਨ ਨੇ, ਅਸੀਂ ਨਹੀਂ ਇਹਦੀਆਂ ਫੁੱਲਫਿਲ ਕਰ ਪਾਵਾਂਗੇ ਅਗਲੀ ਲਾਈਫ ਦੇ ਵਿੱਚ। ਪਰ ਉਹ ਬੱਚੀ ਦੇ ਨਾਲ ਉਦੋਂ ਤੱਕ ਇੰਨਾ ਜੁੜ ਗਏ ਸੀ ਤੇ ਉਹਨਾਂ ਨੂੰ ਇਹ ਲੱਗਿਆ ਵੀ ਨਹੀਂ। ਉਹਨਾਂ ਨੇ ਰਿਕੁਐਸਟ ਕੀਤੀ, ਕਾਰਾਂ ਨੂੰ ਰਿਕੁਐਸਟ ਕੀਤੀ ਵੀ ਉਹ ਬੱਚੀ ਨੂੰ ਸਾਨੂੰ ਤੁਸੀਂ ਦੁਬਾਰਾ ਤੇ ਦੇਖਣ ਲਾਓ ਤੇ ਤਾਂ ਕਿ ਅਸੀਂ ਉਹਨੂੰ ਰਿਜ਼ਰਵ ਕਰ ਸਕੀਏ ਤੇ ਅਸੀਂ ਉਹ ਬੱਚੀ ਲੈਣਾ ਚਾਹੁੰਦੇ ਹਾਂ। ਜਦੋਂ ਉਹ ਬੱਚੀ ਲੈਣ ਆਏ ਪੇਰੈਂਟਸ, ਸਾਰਾ ਪ੍ਰੋਸੈਸ ਮੁਕੰਮਲ ਹੋ ਗਿਆ। ਈਵਨ ਕਿ ਮੈਂ ਥੋੜ੍ਹੀ ਜਿਹੀ ਪਹਿਲਾਂ ਵੀ ਦੱਸਾਂ ਤਾਂ ਲੋਕਡਾਊਨ ਦਾ ਸਮਾਂ ਸੀ। ਉਹਨਾਂ ਨੇ ਕਿਹਾ ਵੀ ਇਹਨੂੰ ਇੰਨਾ ਕੁ ਤੁਸੀਂ ਸਿਖਾ ਦਿਓ ਤਾਂ ਕਿ ਬੱਚੀ ਮਾਸਕ ਪਹਿਨ ਸਕੇ। ਬਈ ਉਹਨੂੰ ਜਦੋਂ ਉਹਨੇ ਆਪਣੇ ਟਰੈਵਲ ਕਰਨਾ ਸੀ ਉਹਦੇ ਵਿੱਚ ਮਾਸਕ ਪਹਿਨਣਾ ਜ਼ਰੂਰੀ ਸੀ। ਉਹ ਛੋਟੀ ਬੱਚੀ ਸੀ, 1.5 ਸਾਲ ਦੀ ਸੀ, ਸਿਖਾਉਣਾ ਵੀ ਬਹੁਤ ਔਖਾ, ਬਲਾਈਂਡ ਸੀ ਤੇ ਉਹ ਜਿੱਦੀ ਵੀ ਸੀ। ਜਦੋਂ ਉਹ ਪੇਰੈਂਟਸ ਆਏ ਤਾਂ ਬੇਟੀ ਆ ਗਈ, ਪਹਿਲਾਂ ਉਹਨਾਂ ਕੋਲ ਥੋੜ੍ਹੀ ਜਿਹੀ ਰਹੀ ਤੇ ਫਿਰ ਐਸੇ ਜਗ੍ਹਾ 'ਤੇ ਉਹ ਲਿਟੀ ਇੱਕ ਵਾਰੀ। ਉਹ ਉਹਨਾਂ ਨੇ ਉਸ ਵੀ ਮੂਵਮੈਂਟ ਨੂੰ ਇੰਜੋਏ ਕੀਤਾ। ਦੋਨੇ ਹਸਬੈਂਡ ਵਾਈਫ ਉਹਨਾਂ ਦੇ ਰੋਏ ਵੀ, ਉਹ ਖੁਸ਼ੀ ਦੇ ਬੜੇ ਉਹ ਸੀ ਵੀ ਅਸੀਂ ਕਿਵੇਂ ਉਹਨੂੰ ਉਹ ਲੈ ਰਹੇ ਹਾਂ। ਤੇ ਉਹ ਸਮਾਂ ਤਾਂ ਫਿਰ ਦੇਖਿਆ ਹੀ ਉਹਨਾਂ ਤੋਂ ਬਣਦਾ ਸੀ ਤੇ ਉਹ ਇੰਨੇ ਖੁਸ਼ ਸੀ ਉਸ ਚੀਜ਼ ਨੂੰ ਪਾ ਕੇ। ਤੇ ਇੱਕ ਉਹਨਾਂ ਨੂੰ ਇਹ ਵੀ ਸੀ ਵੀ ਅਸੀਂ ਇੱਕ ਬੱਚੇ ਦੀ ਸੇਵਾ ਕਰਨੀ ਹੈ, ਕਿ ਉਹ ਤਾਂ ਪਤਾ ਹੀ ਸੀ ਨਾ ਵੀ ਉਹਦੀ ਜਿਹੜੀ ਲਾਈਟ ਸੀ, ਜਿਹੜੀ ਉਹਦੀ ਨਿਗਾਹ ਸੀ, ਉਹ ਬੈਕ ਤੋਂ ਹੀ ਹੈ ਨਹੀਂ ਸੀ, ਉਹਦੀ ਬਣਨੀ ਨਹੀਂ ਸੀ। ਤੇ ਉਹ ਇਹ ਸੋਚ ਕੇ ਲੈਂਦੇ ਨੇ। ਪਰ ਮੈਂ ਤਾਂ ਇੱਕ ਬਲਾਈਂਡ ਬੱਚੇ ਦੀ ਗੱਲ ਕੀਤੀ ਹੈ। ਜਦੋਂ ਦੂਜੇ ਬੱਚੇ ਨੇ, ਬੱਚੇ ਖੁਸ਼ੀ ਤਾਂ ਇੰਨੀ ਦੇ ਦਿੰਦੇ ਨੇ, ਉਹ ਤਾਂ ਉਹਨਾਂ ਦੀ, ਜੇ ਕੋਈ ਦਾੜੀ ਵਾਲਾ ਤਾਂ ਦਾੜੀ ਨੂੰ ਫੜਦੇ ਨੇ, ਪੱਗ ਨੂੰ ਵੀ ਹੱਥ ਪਾਉਂਦੇ ਨੇ, ਐਨਕਾਂ ਉਹਨਾਂ ਨੂੰ ਵੀ ਖਿੱਚਦੇ ਨੇ, ਮੰਦਰ ਦੇ ਚੁੰਨੀ ਨੂੰ ਵੀ ਉਹ ਕਰਦੇ ਨੇ, ਬਾਲਾਂ ਨੂੰ ਵੀ ਫੜਦੇ ਨੇ, ਕਿ ਉਹ ਇੱਕ ਵੱਖਰਾ ਆਨੰਦ ਹੈ ਜੀ ਜਿਹੜਾ ਉਸ ਬੱਚੇ ਦਾ, ਉਹ ਖੁਸ਼ੀ ਪਾਉਂਦੇ ਨੇ। ਜਿਨ੍ਹਾਂ ਨੂੰ ਉਹ 10 20 15 ਸਾਲ ਤੋਂ 17 ਸਾਲ ਤੋਂ ਤਰਸਦੇ ਹੁੰਦੇ ਨੇ, ਫਿਰ ਉਹ ਉਹਨਾਂ ਨੂੰ ਇੱਕ ਫੀਲ ਹੁੰਦਾ ਵੀ ਸਾਨੂੰ ਉਹ ਖੁਸ਼ੀ ਮਿਲ ਰਹੀ ਹੈ ਜੀ। ਤੇ
ਜਦੋਂ ਇਦਾਂ ਦੀਆਂ ਮੂਵਮੈਂਟਸ ਹੁੰਦੀਆਂ ਨੇ ਤੁਹਾਡੇ ਕੋਲ ਇੱਥੇ ਲੋਕ ਆਉਂਦੇ ਨੇ, ਮੈਂ ਵੀ ਥੋੜਾ ਭਾਵੁਕ ਹੋਣਾ ਮਾਫੀ ਚਾਹੁੰਦਾ ਮੈਂ, ਕਿਉਂਕਿ ਮੈਂ ਪੱਤਰਕਾਰ ਵੀ ਦੇ ਨਾਲ ਨਾਲ ਇਨਸਾਨ ਵੀ। ਪਹਿਲਾਂ ਤੁਸੀਂ ਦੱਸ ਰਹੇ ਸੀ ਕਿ ਇੱਕ ਕਹਾਣੀ ਤੁਸੀਂ ਇਸ ਤਰ੍ਹਾਂ ਦੀ ਵੀ ਦੱਸੀ ਕਿ ਜਾਇਦਾਦ ਦੇ ਪਿੱਛੇ ਸ਼ਿਵਮ ਨਾਂ ਦੇ ਸ਼ਿਵ ਦੇ ਨਾਲ, ਸ਼ਿਵ ਦੱਸ ਰਹੇ ਸੀ ਤੁਸੀਂ, ਨਾਮ ਉਹਦਾ ਸ਼ਿਵਾ, ਉਹਦੇ ਨਾਲ ਲੋਕ ਮਤਲਬ ਜਾਨਵਰਾਂ ਵਾਲਾ ਸਲੂਕ ਵੀ ਕੀਤਾ ਜਾਇਦਾਦਾਂ ਦੇ ਚੱਕਰ 'ਚ, ਤੇ ਫਿਰ ਉਹਨਾਂ ਨੂੰ ਵੀ ਤੁਸੀਂ ਸਾਂਭਿਆ। ਜੀ ਇੱਕ ਨਾ ਇੱਦਾਂ ਹੀ ਬੱਚਾ ਸੀ ਜੀ, ਉਹਦਾ ਫਾਦਰ BSF 'ਚ ਜਾਂ RPF 'ਚ ਕਿਸੇ ਇੱਦਾਂ ਦੀ ਉਹਦੇ ਵਿੱਚ ਸੀ, ਅਤੇ ਫਾਦਰ ਦੀ ਡੈਥ ਤੋਂ ਬਾਅਦ ਕੁਛ ਪੈਸਾ ਆ ਗਿਆ। ਉਹਦੇ ਜਿਹੜਾ ਬੇਟਾ ਆਪਣੇ ਕੋਲ, ਉਹਦੇ ਸਟੈਪ ਬ੍ਰਦਰ ਨੇ ਉਹਦੀ ਮਦਰ ਅਤੇ ਜਾਣੀ ਪਿਓ ਮਾਂ ਪੁੱਤ ਨੂੰ ਅੰਦਰ ਬੰਦ ਕਰਕੇ ਰੱਖਿਆ 6 ਮਹੀਨੇ। ਲੁਧਿਆਣੇ ਇਹ ਦੁੱਗਰੀ ਦੇ ਏਰੀਏ ਦੀ ਹੀ ਘਟਨਾ ਹੈ। ਉਹ ਕੁਆਟਰ ਨੇ ਉੱਥੇ ਇੱਦਾਂ ਹੀ, ਸ਼ਾਇਦ BSF ਹੈ ਜਾਂ RPF ਦਾ ਕਿਸੇ ਇੱਦਾਂ ਦੀ ਏਜੰਸੀ ਦਾ ਉਹ ਕੁਆਟਰ ਨੇ। ਸੈਸ਼ਨ ਜੱਜ ਸਾਹਿਬ ਨੂੰ, ਵੈਸੇ ਡੈਲਸਾ ਨੂੰ ਡਾਕਟਰ ਗੁਰਪ੍ਰੀਤ ਕੌਰ ਹੁੰਦੇ ਸੀ ਆਪਣੇ CGM ਇੱਥੇ, ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਬਈ ਉੱਥੇ ਇੱਕ ਬੱਚਾ ਤੇ ਮਦਰ ਬੰਦ ਨੇ ਬਹੁਤ ਟਾਈਮ ਤੋਂ। ਉਹ ਕਿਤੇ ਰੋਟੀ ਦੇ ਆਉਂਦਾ ਸੀ ਨਹੀਂ, ਉੱਥੇ ਹੀ ਟੋਇਲਟ, ਉੱਥੇ ਹੀ ਬਾਥਰੂਮ, ਨਹਾਉਣ ਧੋਣ ਕੁਛ ਨਹੀਂ, ਉਹ ਬੰਦੇ ਇੱਕ ਕਮਰੇ 'ਚ ਸੀ। ਤਾਂ ਉਹਨਾਂ ਨੇ ਸੈਸ਼ਨ ਜੱਜ ਸਾਹਿਬ ਨਾਲ ਗੱਲ ਕੀਤੀ। ਸਾਡੇ ਸੈਸ਼ਨ ਜੱਜ ਸਾਹਿਬ ਸਰਦਾਰ ਗੁਰਬੀਰ ਸਿੰਘ ਜੀ ਸੀ ਉਦੋਂ, ਉਹਨਾਂ ਨੇ ਉਸ ਬੱਚੇ ਨੂੰ ਰਿਹਾ ਕਰਵਾਇਆ ਅਤੇ ਉਹ ਖੁਦ ਲੈ ਕੇ ਆਏ ਇੱਥੇ। ਮੈਂ ਇਹ ਵੀ ਉਹ ਉਹਨਾਂ ਨੇ ਉਹਨੂੰ ਖੁਦ ਚੁੱਕਿਆ ਹੋਇਆ ਸੀ ਸੈਸ਼ਨ ਜੱਜ ਸਾਹਿਬ ਨੇ ਉਸ ਬੱਚੇ ਨੂੰ, ਅਤੇ ਉਹ ਮੈਂਟਲੀ ਤੌਰ 'ਤੇ ਇੱਦਾਂ ਦਾ ਉਹ ਸੀ ਵੀ ਜਿਸ ਪਾਸੇ ਨੂੰ ਦੇਖਦਾ ਸੀ ਉਹ ਦੇਖੀ ਜਾ ਰਿਹਾ ਸੀ। ਉਹਨੂੰ ਕੋਈ ਮੂਵਮੈਂਟ ਦਾ ਪਤਾ ਨਹੀਂ ਸੀ ਲੱਗਦਾ, ਜੇ ਉਹਨੂੰ ਬੁਲਾਉਂਦੇ ਸੀ, ਉਹਨੂੰ ਉਹ ਕਰਦੇ ਸੀ, ਉਹ ਦੇਖ ਨਹੀਂ ਸੀ ਪਾਉਂਦਾ। ਪਰ ਉਹਨਾਂ ਨੂੰ ਇੱਕ ਖੁਸ਼ੀ ਹੋਈ, ਅਤੇ ਉਹਨਾਂ ਨੇ ਜਦ ਇੱਥੇ ਲਿਆਉਣ ਦਾ ਵੀ ਜ਼ਰੀਆ ਸੀ, ਅਸੀਂ ਆਮ 'ਚ ਇੱਥੇ MR ਬੱਚੇ ਨਹੀਂ ਆਉਂਦੇ, ਅਤੇ ਉਹਨਾਂ ਨੂੰ ਉਹ ਕਹਿੰਦੇ, ਡਾਕਟਰ ਨੇ ਦੱਸਿਆ ਵੀ ਜੇ ਸਰ ਤੁਸੀਂ ਬੱਚੇ ਦਾ ਸਹੀ ਚਾਹੁੰਦੇ ਆ ਤਾਂ ਇਹਨੂੰ ਤਲਵੰਡੀ ਤਾਂ SGB ਬਾਲ ਘਰ ਦੇ ਵਿੱਚ ਲੈ ਜਾਓ। ਜੇ ਉੱਥੇ ਬੱਚਾ ਚਲੇ ਜਾਂਦਾ ਤਾਂ ਬਹੁਤ ਹੱਦ ਤੱਕ ਇਹਦੇ ਸੁਧਰਨ ਦੇ, ਇਹਦੇ ਸਹੀ ਦਿਸ਼ਾ 'ਚ ਆਉਣ ਦੇ ਚਾਂਸ ਹੋਣਗੇ। ਅਤੇ ਚਲੋ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ, ਤਾਂ ਸਾਡੇ ਕੋਲ ਉਹ ਬੱਚਾ ਹੁਣ ਵੀ ਇਸ ਟਾਈਮ ਵੀ ਹੈ। ਫਿਰ ਉਹਦੀ ਮਦਰ ਸੀ, ਅਸੀਂ ਉਹਨਾਂ ਨੂੰ ਉਹ ਵੀ ਰਿਕੁਐਸਟ ਕੀਤੀ, ਉਹ ਮੈਂਟਲ ਹੌਸਪੀਟਲ ਅੰਮ੍ਰਿਤਸਰ ਭੇਜਿਆ ਗਿਆ। ਮਤਲਬ ਉਹ 5-6 ਮਹੀਨਿਆਂ ਦੇ ਵਿੱਚ ਬੱਚਾ ਵੀ ਔਰ ਉਹਦੀ ਮਾਂ ਵੀ ਇਨਸਾਨੀ ਲਾਲਚ ਦੀ ਭੇਂਟ ਚੜ੍ਹ ਗਏ। ਉਹਨਾਂ ਦਾ ਦਿਮਾਗ, ਤੁਸੀਂ ਕਹਿ ਰਹੇ ਹੋ ਕਿ ਮਾਨਸਿਕ ਸੰਤੁਲਨ ਖਰਾਬ ਹੋ ਗਿਆ, ਪਹਿਲਾਂ ਉਸ ਤੋਂ ਪਹਿਲਾਂ ਬਿਲਕੁਲ ਠੀਕ ਠਾਕ ਸੀ ਬੱਚਾ। ਦੱਸਦੇ ਆ ਉੱਥੇ ਦੇ, ਅਸੀਂ ਸਰਵੇ ਕਰਵਾਇਆ ਅਤੇ ਸਾਨੂੰ ਜੱਜ ਸਾਹਿਬ ਨੇ ਵੀ ਦੱਸਿਆ ਵੀ ਬੱਚਾ ਨੋਰਮਲ ਸੀ। ਉਹ ਸਿਰਫ ਅੰਦਰ ਬੰਦ ਰਹਿਣ ਕਰਕੇ ਉਹਦੀ ਬਾਹਰਲੀ ਤਾਂ ਐਕਟੀਵਿਟੀ ਬੰਦ ਹੋ ਗਈ। ਉਹਨਾਂ ਨੇ ਤਾਂ ਸੂਰਜ ਵੀ ਨਹੀਂ ਦੇਖਿਆ। ਇੱਕ ਕਮਰੇ ਦੇ ਵਿੱਚ ਹਨੇਰੇ 'ਚ ਬਸ ਉੱਦਾਂ ਹੀ, ਨਾ ਕੋਈ ਉਹਨਾਂ ਨੂੰ ਪੱਖਾ ਸੀ, ਨਾ ਕੋਈ ਉਹਨਾਂ ਦੇ ਵਾਸਤੇ ਕੋਈ ਇੱਦਾਂ ਦਾ ਕੱਪੜਾ ਸੀ, ਉਹਦੇ ਉੱਥੇ ਹੀ ਪੈ ਜਾਣ, ਬਾਹਰ ਨਿਕਲ ਜਾਣ, ਜੇ ਠੰਡ ਗਰਮੀ ਜੋ ਵੀ ਆਇਆ ਉਹਦੇ ਵਿੱਚ ਹੀ ਰਹੇ। ਇਹ ਇਨਸਾਨੀਅਤ ਦਾ ਇੱਕ ਉਹ ਹੈ ਵੀ ਤਰਾਸਦੀ ਹੈ ਸਾਡੇ ਵਾਸਤੇ। ਪਰ ਇਸ ਟਾਈਮ ਤੁਹਾਨੂੰ ਪਿਛਲੀ ਮੂਵਮੈਂਟ ਦੇ ਬੱਚਾ ਦਿਖਾਇਆ ਵੀ ਸੀ, ਉਹ ਕਾਫੀ ਹੱਦ ਤੱਕ, ਬਹੁਤ ਹੱਦ ਤੱਕ ਠੀਕ ਹੈ। ਉਹਦਾ ਟਰੀਟਮੈਂਟ ਚੱਲਦਾ, ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਸਹੀ ਦਿਸ਼ਾ 'ਚ ਆ ਜਾਏ। ਮਾਂ ਮੈਂਟਲ ਹੌਸਪੀਟਲ ਅੰਮ੍ਰਿਤਸਰ ਦੇ ਵਿੱਚ ਹੈ। ਪਰ ਅਸੀਂ ਇੱਕ ਰਿਕੁਐਸਟ ਕੀਤੀ ਸੀ ਵੀ ਕੁਛ ਟਾਈਮ ਮਾਂ ਅਤੇ ਪੁੱਤ ਨੂੰ ਇਕੱਠੇ ਕਰਕੇ ਦੇਖੀਏ, ਤਾਂ ਕਿ ਹੋ ਸਕਦਾ ਉਹਨਾਂ 'ਚ ਹੋਰ ਇੰਪਰੂਵਮੈਂਟ ਆਵੇ ਕੋਈ ਦੋਨਾਂ ਦੇ ਵਿੱਚ। ਕਈ ਵਾਰ ਨਾ ਇਹ ਰਿਸ਼ਤੇ ਨੇ ਜਿਹੜੇ ਆਪਸੀ ਤੰਦਾਂ ਨੇ ਜਿਹੜੀਆਂ ਸਾਡੀਆਂ, ਵੀ ਉਹਦੇ ਨਾਲ ਹੋ ਸਕਦਾ ਉਹ ਇਹਦੇ ਵਿੱਚੋਂ ਇਸ ਜਿਹੜੀ ਟਰੋਮਾ 'ਚ ਗੁਜ਼ਰ ਰਹੇ ਨੇ ਉਹ ਤੋਂ ਨਿਕਲ ਸਕਣ। ਪਰ ਹਲੇ ਉਹ ਨਹੀਂ ਹੋ ਸਕਿਆ। ਉਹ ਭਵਿੱਖ ਦੇ ਸਮੇਂ 'ਚ ਦੇਖਦੇ ਹਾਂ ਵੀ ਕਿਵੇਂ ਹੁੰਦਾ ਜੀ। ਕੁਲਦੀਪ ਜੀ, ਜਿਹੜੇ ਲੋਕ ਇਸ ਵੇਲੇ ਤੁਹਾਨੂੰ ਬੈਠੇ ਘਰਾਂ ਦੇ ਵਿੱਚ ਦੇਖ ਰਹੇ ਨੇ, ਤੁਹਾਡੇ ਨਾਲ ਕਿਵੇਂ ਜੁੜ ਸਕਦੇ ਨੇ? ਇੱਥੇ ਤੁਸੀਂ ਬੱਚਿਆਂ ਦੀ, ਉਹਨਾਂ ਬੱਚਿਆਂ ਦੀ ਸੇਵਾ ਕਰਦੇ ਹੋ ਜਿਨ੍ਹਾਂ ਲਈ ਕੁਦਰਤ ਨੇ ਬੜਾ ਵਧੀਆ ਪਲਾਨ ਕੀਤਾ ਹੋਇਆ। ਮੈਂ ਨਿੱਜੀ ਤੌਰ 'ਤੇ ਮੰਨਦਾ ਕਿ ਇੱਥੇ ਉਹ ਬੱਚੇ ਨੇ ਜਿਨ੍ਹਾਂ ਦੀ ਸੇਵਾ ਕਰਨ ਦੀ ਇਸ ਵੇਲੇ ਲੋੜ ਹੈ। ਇੱਕ ਵੱਖਰੀ ਦੁਨੀਆ ਦਾ ਆ ਕੇ ਇੱਥੇ ਅਹਿਸਾਸ ਹੁੰਦਾ, ਮਾਫ ਕਰਨਾ, ਅਹਿਸਾਸ ਹੁੰਦਾ। ਉਹਨਾਂ ਨੂੰ ਕੀ ਕਹੋਗੇ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ, ਏਸੀਆਂ ਦੇ ਹੇਠਾਂ ਬੈਠੇ ਨੇ, ਔਰ ਇੱਥੇ ਵੀ ਬਹੁਤ ਵਧੀਆ ਵਿਵਸਥਾ ਤੁਸੀਂ ਕੀਤੀ ਹੋਈ ਹੈ, ਤੁਹਾਨੂੰ ਲੱਗਦਾ ਹੈ ਕਿ ਇੱਕ ਵਾਰ ਇੱਥੇ ਚੱਕਰ ਲਾਉਣਾ ਚਾਹੀਦਾ ਉਹਨਾਂ ਨੂੰ? ਬਿਲਕੁਲ ਲਾਉਣਾ ਚਾਹੀਦਾ। ਅਸਲ 'ਚ ਸਾਡੇ ਇੰਡੀਆ ਦੇ ਵਿੱਚ ਇੱਕ ਸੋਸ਼ਲ ਵਰਕ ਦਾ ਕੰਸੈਪਟ ਨਹੀਂ ਹੈ। ਜਿਵੇਂ ਨਾ ਯੂਰਪ ਦੇ ਵਿੱਚੋਂ ਸਾਡੇ ਕੋਲ ਬੱਚੇ ਆਉਂਦੇ ਨੇ, ਉਹ ਬੱਚੇ ਨਾ ਸਾਡੇ ਕੋਲ ਸੋਸ਼ਲ ਵਰਕ ਕਰਨ ਲਈ ਆਉਂਦੇ ਨੇ। ਜਿਵੇਂ ਉਹ 15 ਦਿਨ ਲਈ ਆਏ, 20 ਦਿਨ ਲਈ ਆਏ ਜਾਂ ਮਹੀਨੇ ਲਈ ਆਏ, ਫਿਰ ਅਸੀਂ ਇੱਕ ਸਰਟੀਫਿਕੇਟ ਇਸ਼ੂ ਕਰਦੇ ਹਾਂ ਬਈ ਇਸ ਬੱਚੇ ਨੇ ਸਾਡੇ ਕੋਲ ਇੰਨੇ ਦਿਨਾਂ ਦੇ ਵਿੱਚ ਇੰਨੇ ਘੰਟੇ ਸੋਸ਼ਲ ਵਰਕ ਕੀਤਾ। ਉਹ ਜਿਹੜਾ 9th ਕਲਾਸ ਤੋਂ ਬਾਅਦ ਉਹਨਾਂ ਦੇ ਲਈ ਜ਼ਰੂਰੀ ਹੈ, ਹਾਇਰ ਸਟੱਡੀ ਲਈ, 10th ਦੇ ਲਈ ਜਾਂ ਉੱਪਰਲੀ ਸਟੱਡੀ ਦੇ ਲਈ ਜ਼ਰੂਰੀ ਹੈ। ਐਵੇਂ ਹੀ ਉਹਨਾਂ ਦੇ ਵਿੱਚ ਸੋਸ਼ਲ ਵਰਕ ਦਾ ਕੰਸੈਪਟ ਹੈ ਜਿਹੜਾ ਸ਼ੁਰੂ ਤੋਂ ਹੀ ਪਾ ਦਿੱਤਾ ਜਾਂਦਾ। ਆਪਣੇ ਪਰਿਵਾਰਾਂ ਦੇ ਵਿੱਚ ਵੀ ਇਹ ਬੱਚੇ, ਕਿਸੇ ਨਾਲ ਵੀ ਇਹੋ ਜਿਹੀ ਘਟਨਾ ਵਾਪਰ ਸਕਦੀ ਹੈ, ਕਿਤੇ ਵੀ ਕੋਈ ਅਨਾਥ ਹੋ ਸਕਦਾ। ਇਹਦੇ ਲਈ ਜ਼ਰੂਰੀ ਹੈ ਸਾਨੂੰ ਇਹਨਾਂ ਬੱਚਿਆਂ ਦੀ ਬਾਂਹ ਫੜਨੀ ਚਾਹੀਦੀ ਹੈ। ਇਹਨਾਂ ਕੋਲ ਕੋਈ ਰਿਸ਼ਤਾ ਨਹੀਂ, ਹੋਰ ਸਾਡੇ ਹੀ ਰਿਸ਼ਤੇ ਨੇ। ਜੇ ਇਹਨਾਂ ਨਾਲ ਅਸੀਂ ਆਵਾਂਗੇ, ਇਹਨਾਂ ਨਾਲ 2-10 ਮਿੰਟ ਬੈਠਾਂਗੇ, ਗੱਲਾਂ ਕਰਾਂਗੇ, ਤਾਂ ਇਹਨਾਂ ਨੂੰ ਇੱਕ ਰਿਸ਼ਤੇ ਮਿਲਣਗੇ ਸਾਡੇ।
ਤੇ ਉਹਨਾਂ ਰਿਸ਼ਤਿਆਂ ਨਾਲ ਉਹਨਾਂ ਦਾ ਸਾਰਾ ਕੁਝ ਚੇਂਜ ਹੋ ਜਾਏਗਾ ਤੇ ਉਹ ਇੱਕ ਚੰਗੇ ਇਨਸਾਨ ਦੇ ਤੌਰ ਤੇ ਨਿਕਲ ਕੇ ਸਾਹਮਣੇ ਆਉਣਗੇ। ਤੇ ਜਿਹੜੇ ਅਸੀਂ ਇਹਨਾਂ ਦੇ ਲਈ ਜਿੱਦਾਂ ਦਾ ਵੀ ਸਾਧਨ ਜੁਟਾ ਪਾਉਂਦੇ ਹਾਂ, ਉਹ ਵੀ ਅਸੀਂ ਉਹਨਾਂ ਡੋਨਰ ਜਿਹੜੇ ਸਾਡੇ ਕੋਲ ਲੋਕ ਵਿਜ਼ਿਟ ਕਰਦੇ ਨੇ, ਦੇਖਦੇ ਨੇ ਇਹਨਾਂ ਨੂੰ, ਉਹਨਾਂ ਡੋਨਰਾਂ ਦੇ ਉਹਦੇ ਨਾਲ ਹੀ ਕਰ ਪਾਉਂਦੇ ਹਾਂ ਤਾਂ ਕਿ ਸਹੀ ਭਵਿੱਖ ਇਹਨਾਂ ਦੀ ਸਹੀ ਸਟੱਡੀ ਹੋ ਸਕੇ, ਸਹੀ ਇਹਨਾਂ ਨੂੰ ਰਹਿਣ ਸਹਿਣ ਮਿਲ ਸਕੇ, ਇੱਕ ਇਹ ਵੀ ਸਾਡੇ ਇੱਕ ਸਮੇਂ ਦੇ ਹਾਣੀ ਬਣ ਸਕਣ। ਇੱਕ ਫਿਰ ਜਾਂਦੇ ਜਾਂਦੇ ਸਵਾਲ ਕੁਲਦੀਪ ਜੀ ਇਹ ਹੈ ਕਿ ਉਹ ਬੰਦੇ ਵੀ ਇੱਥੇ ਤੁਹਾਡੇ ਕੋਲ ਆਉਂਦੇ ਨੇ, ਬਹੁਤ ਵੱਡੇ ਵੱਡੇ ਘਰਾਣਿਆਂ ਦੇ ਵਿਗੜੇ ਹੋਏ ਕਾਕੇ ਜਾਂ ਵਿਗੜੀਆਂ ਹੋਈਆਂ ਕੁੜੀਆਂ ਤੁਹਾਡੇ ਕੋਲ ਇੱਥੇ ਖਾਸ ਤੌਰ ਤੇ ਤੁਹਾਡੇ ਕੋਲ ਮਾਪੇ ਲੈ ਕੇ ਆਉਂਦੇ ਨੇ, ਜਦੋਂ ਇੱਥੇ ਦਾ ਮਾਹੌਲ ਦੇਖਦੇ ਨੇ ਕਿਹੋ ਜਿਹਾ ਅਸਰ ਲੈ ਕੇ ਜਾਂਦੇ ਨੇ ਇੱਥੋਂ? ਜਦੋਂ ਉਹ ਅਸਲ 'ਚ ਕਈ ਵਾਰ ਤਾਂ ਇਦਾਂ ਦਾ ਹੁੰਦਾ, ਉਹ ਸਾਡੇ ਨਾਲ ਨਾ ਬਾਅਦ ਵਿੱਚ ਵੀ ਲੈ ਕੇ ਆਉਂਦੇ ਨੇ ਵੀ ਤੁਸੀਂ ਜੀ 10 ਮਿੰਟ ਇਹਨਾਂ ਦੇ ਨਾਲ ਲਾਇਓ। ਜਦੋਂ ਉਹ ਬੱਚੇ ਦੇਖਦੇ ਨੇ ਵੀ ਇੱਕ ਇਹ ਬੱਚੇ ਨੇ ਜਿਨ੍ਹਾਂ ਨੂੰ ਕਿਸੇ ਸਮੇਂ ਪਤਾ ਨਹੀਂ ਕੀ ਤਰਾਸਦੀ ਹੋਈ ਜਾਂ ਕੀ ਸਮੇਂ ਨੇ ਪ੍ਰਮਾਤਮਾ ਨੇ ਕੀ ਉਹ ਕੀਤਾ, ਇਹ ਬੱਚੇ ਅਨਾਥ ਹੋ ਗਏ, ਇਹ ਇੱਥੇ ਰਹਿ ਰਹੇ ਨੇ ਤੇ ਚੰਗੇ ਉਹਦੇ 'ਚ ਪਲ ਵੀ ਰਹੇ ਨੇ, ਈਵਨ ਕਿ ਬਹੁਤ ਥੋੜ੍ਹੀ ਚੀਜ਼ 'ਚ ਵਧੀਆ ਕਰ ਰਹੇ ਨੇ, ਪੜ੍ਹਾਈ ਅੱਛੀ ਕਰ ਰਹੇ ਨੇ, ਅੱਛੇ ਸਕੂਲਾਂ 'ਚ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ, CBSE ਸਕੂਲ 'ਚ ਤਾਂ ਆਵੇਂ ਬੱਚੇ ਪੜ੍ਹਦੇ ਨੇ ਜਿਹੜੇ ਸਾਡੇ ਕੋਲ ਰਹਿੰਦੇ ਵੀ ਨੇ। ਉਹਨਾਂ ਨੂੰ ਇੱਕ ਸ਼ਿਕਾਇਤ ਰਹਿੰਦੀ ਆ ਆਪਣੇ ਮਾਪਿਆਂ ਤੋਂ ਵੀ ਮੈਨੂੰ ਜੀ ਐਪਲ ਦਾ ਫ਼ੋਨ ਨਹੀਂ ਮਿਲਿਆ ਜੀ, ਮੈਨੂੰ ਜੀ ਐਪਲ ਦਾ ਤਾਂ ਮਿਲ ਗਿਆ, ਮੈਨੂੰ ਹੁਣ ਜਿਹੜਾ ਲੇਟੈਸਟ ਮਾਡਲ ਸੀ ਉਹ ਨਹੀਂ ਮਿਲਿਆ ਹੈਗਾ। ਕਿਉਂ? ਉਹ ਇੱਦਾਂ ਦੇ ਘਰਾਂ ਦੇ ਵਿੱਚੋਂ ਨੇ। ਇੱਥੇ ਬੱਚਿਆਂ ਦੀ ਉਹ ਕੋਈ ਸ਼ਿਕਾਇਤ ਹੀ ਨਹੀਂ ਹੈਗੀ, ਉਹ ਜਿੱਦਾਂ ਦਾ ਵੀ ਅਸੀਂ ਸਾਰੇ ਇੱਕੋ ਜਿਹੇ ਰਹਿ ਕੇ ਉਹ ਕਰਦੇ ਹਾਂ। ਤੇ ਜਦੋਂ ਇਹਨਾਂ ਨੂੰ ਉਹ ਦੇਖਦੇ ਨੇ, ਸਿੱਖਦੇ ਨੇ ਤਾਂ ਉਹ ਬਹੁਤ ਕੁਝ ਸਕੂਨ ਲੈ ਕੇ ਜਾਂਦੇ ਨੇ ਤੇ ਬੱਚੇ ਅੱਗੇ ਨੂੰ, ਮੈਂ ਇਹ ਵੀ ਸਮਝਦਾ ਵੀ ਉਹਨਾਂ 'ਚ ਬਹੁਤ ਬਦਲਾਅ ਆਉਂਦਾ ਆਪਣੇ ਮਾਪਿਆਂ ਪ੍ਰਤੀ ਵੀ ਅਸੀਂ ਸਾਡੇ ਧੰਨ ਭਾਗ ਹਾਂ, ਅਸੀਂ ਇੱਦਾਂ ਮਾਪਿਆਂ ਦੇ ਘਰੇ ਹਾਂ ਜਿਹੜੇ ਸਾਡੇ ਕੋਲ ਇੰਨੇ ਹੈਗੇ ਨੇ ਤੇ ਇੱਦਾਂ ਦੇ ਸਾਨੂੰ ਸਾਧਨ ਦੇ ਰਹੇ ਨੇ। ਫਿਰ ਜਿਹੜੇ ਸਾਡੇ ਜਿਹੜੇ ਸਿੱਖਿਆ ਘਾੜੇ ਨੇ ਜਿਹੜੇ ਬੈਠੇ ਨੇ, ਉਹਨਾਂ ਨੂੰ ਉਹਨਾਂ ਦੀ ਅੱਖਾਂ ਮੰਨਦੇ ਹੋ ਕਿ ਹੈਗੀ, ਉਹਨਾਂ ਦਾ ਦਿਮਾਗ ਹੈਗਾ, ਸਾਡੇ ਸਿਲੇਬਸ ਦੇ ਵਿੱਚ ਕਿਉਂ ਨਹੀਂ ਇੱਦਾਂ ਦੀਆਂ ਚੀਜ਼ਾਂ ਪਾਈਆਂ ਹੋਈਆਂ? ਤੁਸੀਂ ਦੱਸ ਰਹੇ ਹੋ ਕਿ ਯੂਰਪ ਤੱਕ ਤੋਂ, ਆਸਟ੍ਰੇਲੀਆ ਤੋਂ, ਅਮਰੀਕਾ ਤੋਂ, ਕੈਨੇਡਾ ਤੋਂ ਤੁਹਾਡੇ ਕੋਲ ਇੱਥੇ ਬੱਚੇ ਆ ਕੇ ਸਾਰਾ ਪ੍ਰੋਸੈਸ ਦੇਖਦੇ ਨੇ, ਸਮਝਦੇ ਨੇ, ਦੁਨੀਆ ਸਮਝਦੀ ਹੈ। ਮੈਂ ਕਹਿੰਦਾ ਕਿ ਇੱਥੇ ਦੁਨੀਆ ਦੀ ਸਮਝ ਜਿਹਨੇ ਲੈਣੀ ਹੈ ਤੇ ਇੱਥੇ ਇੱਕ ਵਾਰ ਜ਼ਰੂਰ ਹੋਣਾ ਚਾਹੀਦਾ। ਬਿਲਕੁਲ ਜੀ। ਹੁਣ ਇਹ ਸਾਡੀ ਜਿਹੜੀ ਸਿੱਖਿਆ ਨੀਤੀ ਹੈ ਇੱਕ ਵੱਖਰੀ ਉਹਦੀ ਬਣੀ ਹੋਈ ਹੈ, ਜਾਂ ਇਹਨਾਂ ਨੇ ਕਿਵੇਂ ਨਹੀਂ ਕੀਤਾ, ਇਹਨਾਂ ਨੂੰ ਕਰਨਾ ਚਾਹੀਦਾ। ਸੋਸ਼ਲ ਵਰਕ ਜਿਹੜੇ ਪ੍ਰਫੁੱਲਤ ਦੇਸ਼ ਨੇ ਉਹ ਜੇ ਜਿੱਥੋਂ ਦਾ ਸੋਸ਼ਲ ਵਰਕ ਮਰ ਗਿਆ ਨਾ ਜੀ, ਉਹ ਸਮਝ ਲਓ ਕੰਟਰੀ ਵੀ ਮੈਨੂੰ ਲੱਗਦਾ ਉਹ ਡਾਊਨ ਚਲੇ ਜਾਏਗੀ। ਸਾਡੇ ਵਿੱਚ ਈਵਨ ਕਿ ਸਾਨੂੰ ਸਾਡੇ ਗੁਰੂਆਂ ਪੀਰਾਂ ਪਕੰਬਰਾਂ ਨੇ ਬਹੁਤ ਕੁਝ ਦਿੱਤਾ ਹੈ, ਪਰ ਇਹ ਚੀਜ਼ਾਂ ਸਾਡੇ ਸਿਲੇਬਸ ਵਿੱਚ ਹੋਣੀਆਂ ਚਾਹੀਦੀਆਂ ਨੇ ਤੇ ਜੇ ਸਹੀ ਦਿਸ਼ਾ ਦੇ ਵਿੱਚ ਇਹ ਚੱਲੇਗਾ ਤਾਂ ਇੱਦਾਂ ਦੇ ਬੱਚੇ ਹੋ ਸਕਦਾ ਅਨਾਥ ਵੀ ਨਹੀਂ ਹੋਣਗੇ। ਜੀ, ਬਹੁਤ ਬਹੁਤ ਸ਼ੁਕਰੀਆ ਕੁਲਦੀਪ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਕੁਲਦੀਪ ਜੀ ਜਿਹੜੇ ਕਿ ਬਾਲ ਘਰ ਤਲਵੰਡੀ ਖੁਰਦ ਦੇ ਵਿੱਚ, ਜਿਹੜਾ ਕਿ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ ਔਰ ਮੁੱਲਾਪੁਰ ਦਾਖਾਂ ਦੇ ਬਿਲਕੁਲ ਸਾਈਡ ਦੇ ਉੱਤੇ ਹੈ। 7-8 ਕਿਲੋਮੀਟਰ ਦਾ ਡਿਸਟੈਂਸ ਹੈਗਾ ਮੇਨ ਹਾਈਵੇ ਤੋਂ ਮੁੱਲਾਪੁਰ ਦਾਖਾ ਦੇ। ਔਰ ਮੈਨੂੰ ਲੱਗਦਾ ਕਿ ਇੱਕ ਵਾਰ ਇੱਥੇ ਜਿਹੜਾ ਨੀਅਰੈਸਟ ਹੈਗੇ, ਮੈਂ ਇਹ ਨਹੀਂ ਕਹਾਂਗਾ, ਹੋਰ ਵੀ ਜਿੱਥੇ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਬਾਲ ਘਰ ਹੈਗੇ ਨੇ ਤੁਹਾਡੇ ਨੇੜੇ ਤੇੜੇ, ਤਾਂ ਤੁਹਾਨੂੰ ਇੱਕ ਵਾਰ ਖੁਦ ਤੇ ਉਹਨਾਂ ਆਪਣੇ ਬੱਚਿਆਂ ਨੂੰ ਇਸ ਅਜਿਹੇ ਬਾਲ ਘਰਾਂ ਦੇ ਵਿੱਚ ਜ਼ਰੂਰ ਲੈ ਕੇ ਜਾਣਾ ਚਾਹੀਦਾ ਤੇ ਉਹਨਾਂ ਬੱਚਿਆਂ ਦਾ ਸਹਾਰਾ ਬਣਨਾ ਚਾਹੀਦਾ ਜਿਨ੍ਹਾਂ ਕੋਲ ਮਾਪੇ ਨਹੀਂ ਹੈਗੇ, ਜਿਨ੍ਹਾਂ ਕੋਲ ਚਾਚੇ ਤਾਏ ਨਹੀਂ ਹੈਗੇ, ਤੇ ਫਿਰ ਤੁਸੀਂ ਜਿਹੜਾ ਉਹ ਆਨੰਦ ਦੀ ਪ੍ਰਾਪਤੀ ਹੈ ਉਹ ਵੱਖਰੀ ਹੋਏਗੀ। ਸੋ ਉਮੀਦ ਕਰਦੇ ਹਾਂ ਕਿ ਜਿਹੜੇ ਪਿਛਲੇ ਵਾਰ ਦੇ ਸਵਾਲ ਜਵਾਬ ਸੀ ਉਹਨਾਂ ਸਵਾਲ ਜਵਾਬ ਦੀ ਵੀ ਅਸੀਂ ਕੋਸ਼ਿਸ਼ ਕੀਤੀ ਹੈ ਲੈਣ ਦੀ, ਜਿਹੜੇ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਹੈ ਏਕਮ ਹੋਣਾ ਕੋਲੋਂ ਵੀ ਔਰ ਕੁਲਦੀਪ ਜੀ ਹੋਣਾ ਕੋਲੋਂ ਵੀ। ਸੋ ਫਿਲਹਾਲ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ ਰਾਏ, ਫਿਰ ਵੀ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਰਹਿ ਗਿਆ ਤਾਂ ਜ਼ਰੂਰ ਲਿਖਿਓ ਸਾਨੂੰ। ਧੰਨਵਾਦ।